ਜਦੋਂ ਸਿੱਧੂ ਨੇ ਇੱਧਰ ਸ਼ਗੂਫਾ ਛੱਡਿਆ ਪੰਜਾਬ ਦੇ ਵਿੱਚ ਤੇ ਹਾਈ ਕਮਾਂਡ ਦਿੱਲੀ ਦੇ ਵਿੱਚ ਮੀਟਿੰਗ ਕਰ ਰਹੀ ਸੀ ਤੇ ਹਰੀਸ਼ ਰਾਵਤ ਇਹ ਕਹਿ ਰਹੇ ਸੀ ਕਿ 1-2 ਦਿਨਾਂ 'ਚ ਖੁਸ਼ਖਬਰੀ ਮਿਲ ਜੂਗੀ। ਹਾਈ ਕਮਾਂਡ ਸਿਰਫ ਔਰ ਸਿਰਫ ਇਸ ਲੜਾਈ ਨੂੰ ਠੱਲਣ ਦੀ ਕੋਸ਼ਿਸ਼ 'ਚ ਜਾਂ ਇਦਾਂ ਕਹਿ ਲਓ ਕਿ ਜਿਹੜੀ ਇਹ ਅੱਗ ਬਲਦੀ ਆ ਹਾਈ ਕਮਾਂਡ ਇਹਦੇ ਉੱਪਰ ਸਵਾਹ ਪਾਉਣ ਦੀ ਕੋਸ਼ਿਸ਼ 'ਚ ਹਾਈ ਕਮਾਂਡ ਕਰਾਉਣ ਜੋਗੀ ਕੁਝ ਨਹੀਂ। ਜੇ ਸਿੱਧੂ ਸਾਹਿਬ ਚੰਗੇ ਤਰੀਕੇ ਨਾਲ ਮੁੱਦੇ ਉਠਾਉਂਦੇ ਨੇ, ਜੇ ਚੰਗੇ ਤਰੀਕੇ ਨਾਲ ਬਿਜਲੀ ਮੰਤਰੀ ਦਾ ਵੀ ਕੰਮ ਕੀਤਾ ਹੁੰਦਾ ਉਹਨਾਂ ਨੇ ਤੇ ਉਹਨਾਂ ਦਾ ਕੱਦ ਉਹਨਾਂ ਦੀਆਂ ਗੱਲਾਂ ਨਾਲੋਂ ਵੀ ਵੱਡਾ ਹੋਣਾ ਸੀ। ਅੱਜ ਹੁਣ ਪ੍ਰਸ਼ਾਂਤ ਕਿਸ਼ੋਰ ਹੀ ਸਾਰੀਆਂ ਚਾਲਾਂ ਚੱਲਣ ਕੇ ਸਾਰੀਆਂ ਗੋਟੀਆਂ ਉਹਨਾਂ ਦੇ ਹੱਥ ਵਿੱਚ। ਪੰਜਾਬ ਦੇ ਵਿੱਚ ਇੱਕ ਹੋਰ ਸਿਆਸੀ ਮੋਰਚਾ ਖੁੱਲ ਗਿਆ। ਰਾਜਾ ਵੜਿੰਗ ਬਨਾਮ ਮਨਪ੍ਰੀਤ ਬਾਦਲ ਕੋਟਕਪੁਰਾ ਗੋਲੀकांड ਮਾਮਲੇ 'ਚ ਜਿਹੜੀ ਜਾਂਚ ਕਰ ਰਹੀ ਸਿੱਟ, ਉਹ ਵੀ ਸੌਦੇ ਸਾਧ ਵੱਲ ਉਂਗਲ ਚੁੱਕ ਰਹੀ ਹੈ। ਡੇਰਾ ਮੁਖੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸੌਦਾ ਸਾਧ ਦੀ, ਤੇ ਉਸ ਦਾ ਜੀਵਨ ਹੀ ਘਾਲਿਆਂ ਵਾਲਿਆਂ ਨਾਲ ਭਰਿਆ। ਇਹ ਜਿਹੜੀ ਵੀਆਈਪੀ ਟ੍ਰੀਟਮੈਂਟ ਬਾਬਿਆਂ ਨੂੰ ਮਿਲਦੀ ਆ, ਇਹ ਬਿਲਕੁਲ ਨਹੀਂ ਮਿਲਣੀ ਚਾਹੀਦੀ ਕਿਸੇ ਵੀ ਦੋਸ਼ੀ ਨੂੰ। ਕਿਸੇ ਵੀ ਕੇਸ ਦਾ ਦੋਸ਼ੀ ਹੋਵੇ ਉਹਨੂੰ ਹੈਲੀਕਾਪਟਰ 'ਚ ਇਵੈਕੂਏਟ ਕਰਕੇ ਜੇਲ੍ਹ ਲੈ ਕੇ ਜਾਣ ਦੀ ਕੀ ਲੋੜ ਹੈ? ਮੁਜਰਮ ਤਾਂ ਮੁਜਰਮ ਹੀ ਹੈ। ਪ੍ਰਧਾਨ ਮੰਤਰੀ ਮੋਦੀ ਜਨਤਾ ਨੂੰ ਕਹਿ ਰਹੇ ਨੇ ਕਿ ਜਿਹੜਾ ਮੇਰਾ ਮਹੀਨਾਵਾਰੀ ਪ੍ਰੋਗਰਾਮ ਆ ਮਨ ਕੀ ਬਾਤ, ਉਹਦੇ ਵਿੱਚ ਮੈਂ ਕਿਹੜੀ ਗੱਲ ਕਰਾਂ ਕਿ ਉਹਨਾਂ ਕੋਲ ਮੁੱਦੇ ਮੁੱਕ ਗਏ ਨੇ। ਜਿਹੜੇ ਮਸਲੇ ਸਾਨੂੰ ਡੇਲੇ ਕੱਢਦੇ ਨੇ ਉਹ ਪ੍ਰਧਾਨ ਮੰਤਰੀ ਨੂੰ ਨਹੀਂ ਦਿਖਦੇ। ਬਿਲਕੁਲ ਤੁਹਾਡੀ ਗੱਲ ਠੀਕ ਆ। ਉਹਨਾਂ ਨੂੰ ਲੱਗਦਾ ਆ ਕਿ ਅੱਛੇ ਦਿਨ ਜਿਹੜੇ ਆ ਗਏ ਆ, ਪੈਟਰੋਲ ਜਿਹੜਾ ਆ ਬਹੁਤ ਸਸਤਾ ਆ, ਸਿਰਫ 100 ਰੁਪਏ ਲੀਟਰ ਹੋ ਗਿਆ। 2 ਕਰੋੜ ਨੌਕਰੀ ਉਹਨਾਂ ਨੇ ਸਾਲਾਨਾ ਦੇਣ ਦੀ ਗੱਲ ਕੀਤੀ ਸੀ ਤੇ ਸਾਰੀ ਆਬਾਦੀ ਨੂੰ ਨੌਕਰੀ ਉਹਨਾਂ ਨੇ ਦੇ ਦਿੱਤੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਆਪਣੇ ਮਾਹਿਰ ਮਹਿਮਾਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸਿੱਧੂ ਨੇ ਜਿਹੜੀ ਕੱਲ ਸ਼ੁਰਲੀ ਛੱਡੀ ਆ, ਸਿਆਸੀ ਗਲਿਆਰਿਆਂ ਦੇ ਵਿੱਚ ਉਸ ਸ਼ੁਰਲੀ ਨੇ ਕਿੰਨਾ ਕੁ ਲਾਂਬੂ ਲਾਇਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰਾਂਗੇ ਕਿ ਵਜ਼ੀਰ ਆਜ਼ਮ ਹੁਣ ਜਨਤਾ ਨੂੰ ਪੁੱਛ ਰਹੇ ਨੇ ਕਿ ਮਨ ਕੀ ਬਾਤ ਦੇ ਵਿੱਚ ਮੈਂ ਕਿਹੜੀਆਂ-ਕਿਹੜੀਆਂ ਗੱਲਾਂ ਕਰਾਂ। ਕੀ ਪ੍ਰਧਾਨ ਮੰਤਰੀ ਕੋਲ ਮੁੱਦੇ ਮੁੱਕ ਗਏ ਨੇ ਜਾਂ ਮੁਲਕ ਦੇ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਆਪਣੀਆਂ ਅੱਖਾਂ ਮੂੰਦ ਲੀਆਂ ਨੇ। ਬਹੁਤ ਸਾਰੇ ਹੋਰ ਵੀ ਵਿਸ਼ੇ ਨੇ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ ਤੇ ਸਾਡਾ ਸਾਥ ਦੇਣਗੇ ਸਾਡੇ ਐਕਸਪਰਟ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਵਲੀਨ। ਸ਼ਰਮਾ ਜੀ, ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ ਕਿ ਸਿੱਧੂ ਸਾਹਿਬ ਨੂੰ ਬੱਲਾ ਘੁਮਾ ਕੇ ਘੁਮਾਦਾਰ ਗੱਲਾਂ ਕਰਨ ਦੀ ਆਦਤ ਪੈ ਗਈ ਹੈ। ਕੱਲ ਉਹਨਾਂ ਨੇ 2 ਸ਼ੁਰਲੀਆਂ ਛੱਡੀਆਂ ਬੈਕ ਟੂ ਬੈਕ। ਬਿਲਕੁਲ ਜੀ। ਇੱਕ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਜਿਹੜੇ ਪਲਾਨ ਆ, ਮੇਰਾ ਜਿਹੜਾ ਪੰਜਾਬ ਦਾ ਵਿਜ਼ਨ ਆ, ਉਹਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਸੀਰੀਅਸ ਹੈ ਜੀ। ਤੇ ਉਹਨਾਂ ਦੇ ਸਿਰਫ ਇੰਨੇ ਕਹਿਣ ਨਾਲ ਹੀ ਸਾਰੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿ ਸਿੱਧੂ ਸਾਹਿਬ ਆਪ ਦੇ ਵਿੱਚ ਜਾ ਰਹੇ ਨੇ ਕਿ ਨਹੀਂ ਜਾ ਰਹੇ, ਜਾਂ ਉਹ ਸੋਚ ਰਹੇ ਨੇ ਜਾਂ ਨਹੀਂ ਸੋਚ ਰਹੇ ਨੇ, ਵੱਖਰੀ ਗੱਲ ਹੈ। ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਘੁਮਾ ਕੇ ਗੱਲਾਂ ਕਰਨ ਦੀ ਆਦਤ ਹੈ, ਬਿਲਕੁਲ ਠੀਕ ਹੈ। ਤੇ ਪ੍ਰਧਾਨ ਮੰਤਰੀ ਮੋਦੀ ਵਾਂਗ ਉਹ ਕਈ ਵਾਰ ਆਰਥੋਡਾਕਸ ਗੱਲਾਂ ਕਰਦੇ ਨੇ। ਅੱਜ ਕੁਝ ਹੋਰ ਕਹਿੰਦੇ ਨੇ, ਕੱਲ ਨੂੰ ਆਪਣੀ ਹੀ ਗੱਲ ਨੂੰ ਕੱਟ ਲੈਂਦੇ ਨੇ ਤੇ ਪਰਸੋਂ ਫਿਰ ਉਸੇ ਗੱਲ ਤੇ ਦੁਬਾਰਾ ਵਾਪਸ ਆ ਜਾਂਦੇ ਨੇ। ਇਹ ਇਹਨਾਂ ਲੀਡਰਾਂ ਦਾ ਬਹੁਤਿਆਂ ਦਾ ਸੁਭਾਅ ਹੀ ਬਣ ਗਿਆ। ਕਹੀ ਹੋਈ ਗੱਲ ਤੇ ਟਿਕੇ ਰਹਿਣਾ, ਕਥਨੀ ਤੇ ਕਰਨੀ ਦੇ ਇੱਕ ਹੋਣਾ, ਇਹ ਬੀਤੇ ਸਮੇਂ ਦੀ ਗੱਲ ਹੋ ਗਈ। ਇਹਨਾਂ ਨੇ ਹੀ ਕੁਝ ਮਹੀਨੇ ਪਹਿਲਾਂ ਕਿਹਾ ਸੀਗਾ ਕਿ ਮੇਰਾ ਕਾਂਗਰਸ ਚੋਂ ਜਾਣ ਦਾ ਕੋਈ ਇਰਾਦਾ ਨਹੀਂ, ਮੈਂ ਇੱਥੇ ਹੀ ਰਹੂੰਗਾ, ਮੈਂ ਸਿਰਫ ਮੁੱਦਿਆਂ ਦੀ ਗੱਲ ਕਰਦਾ। ਗੱਲ ਤੇ ਉਹਨਾਂ ਨੇ ਸਿੰਪਲ ਹੀ ਕੀਤੀ ਆ ਕਿ ਮੇਰੇ ਜਿਹੜੇ ਪਲਾਨ ਨੇ ਉਹ ਆਮ ਆਦਮੀ ਪਾਰਟੀ ਨੂੰ ਪਸੰਦ ਨੇ, ਪਰ ਵਿਸ਼ਲੇਸ਼ਕ ਜਿਹੜੇ ਨੇ ਉਹ ਇਹਨੂੰ ਦੂਜੇ ਤਰੀਕੇ ਨਾਲ ਦੇਖ ਰਹੇ ਨੇ। ਫਿਰ ਦੂਸਰੀ ਗੱਲ ਉਹਨਾਂ ਨੇ ਕੀਤੀ ਆ ਕਿ ਜੇ ਦੂਸਰੇ ਪਾਸੇ ਸ਼ੇਰ ਜਿਹਾ ਬੋਲ ਕੇ ਦੱਸਿਆ ਕਿ ਜੇ ਆਪ 'ਚ ਚਲੇ ਜਾਵਾਂ ਤੇ ਕੋਈ ਗੱਲ ਨਹੀਂ, ਜੇ ਕਾਂਗਰਸ 'ਚ ਰਵਾਂ ਤੇ ਮੁਸ਼ਕਿਲ ਹੋਵੇਗੀ। ਗੱਲ ਫਿਰ ਉਹੀ ਘੁਮਾ ਕੇ ਕਰਨ ਵਾਲੀ ਗੱਲ ਹੈ। ਹੁਣ ਇਹ ਵੀ ਆ ਕਿ ਅਸਲ ਮੁੱਦੇ ਤੋਂ ਜਿਹੜਾ ਧਿਆਨ ਆ ਉਹ ਵੀ ਲੋਕਾਂ ਦਾ ਭਟਕਾ ਰਹੇ ਨੇ। ਹਾਈ ਕਮਾਂਡ ਉਹਨਾਂ ਨੂੰ ਕੀ ਦੇ ਰਹੀ ਆ, ਕੀ ਨਹੀਂ ਦੇ ਰਹੀ। ਹਰੀਸ਼ ਰਾਵਤ ਕਹਿੰਦੇ ਸੀ 8 ਜੁਲਾਈ ਦੇ ਪਹਿਲੇ ਹਫ਼ਤੇ 8 ਜੁਲਾਈ ਤੱਕ ਹੋ ਜਾਏਗਾ, ਹੁਣ ਉਹ ਕਹਿੰਦੇ ਆ 3-4 ਦਿਨਾਂ 'ਚ ਹੋ ਜਾਏਗਾ। ਅਖਬਾਰਾਂ ਕਹਿੰਦੀਆਂ ਨੇ ਅੱਜ ਨਵਾਂ ਪ੍ਰਧਾਨ ਮਿਲ ਜਾਏਗਾ, ਕੱਲ ਨਵਾਂ ਪ੍ਰਧਾਨ ਮਿਲ ਜਾਏਗਾ। ਪਰ ਗੱਲ ਤਾਂ ਇਹ ਆ ਵੀ ਜਿਹੜੇ 4.5 ਸਾਲ ਜਾਂ 5 ਸਾਲ ਚਲੇ ਜਾਣਗੇ ਉਹਨਾਂ ਦਾ ਕੀ ਹੋਵੇਗਾ। ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, 70 ਤੋਂ ਵੱਧ ਸੀਟਾਂ ਜਿਤਾਈਆਂ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੀਆਂ ਵੱਧ ਸੀਟਾਂ ਕਾਂਗਰਸ ਨੂੰ ਮਿਲੀਆਂ ਪੰਜਾਬ 'ਚੋਂ। ਤੇ ਉਹਨਾਂ ਦੇ ਨਾਲ ਇਹਨਾਂ ਨੇ ਇਨਸਾਫ ਕੀਤਾ।
ਉਹਨਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਕਿਸੇ ਨੇ ਕੀਤੀ ਜਾਂ ਕੋਈ ਮਸਲਾ ਹੱਲ ਹੋਇਆ? ਹੁਣ ਪਿਛਲੇ 6 ਮਹੀਨੇ ਤੋਂ ਇਹਨਾਂ ਦਾ ਆਪਸ ਦੇ ਵਿੱਚ ਹੀ ਰਿੜਕਾ ਪਿਆ। ਸਿੱਧੂ ਕਹਿੰਦਾ ਬਾਦਲ ਸਾਹਿਬ ਠੀਕ ਨਹੀਂ, ਅਕਾਲੀ ਦਲ ਠੀਕ ਨਹੀਂ, ਫਿਰ ਉਹ ਕਦੇ ਕੈਪਟਨ ਵੱਲ ਨੂੰ ਮੂੰਹ ਕਰ ਲੈਂਦੇ ਨੇ, ਕਦੇ ਫਿਰ ਉਹ ਕਿਸੇ ਦੂਸਰੇ ਪਾਸੇ ਮੂੰਹ ਕਰ ਲੈਂਦੇ ਨੇ, ਕਦੇ ਤੀਸਰੇ ਪਾਸੇ ਨੂੰ ਬਾਲ ਘੁਮਾ ਦਿੰਦੇ ਨੇ, ਵਿੱਚ ਹੀ ਉਹ ਬੇਅਦਬੀ ਕਾਂਡ ਦੀ ਗੱਲ ਕਰਦੇ ਨੇ, ਕਦੇ ਕਦੇ ਮੋਦੀ ਸਰਕਾਰ ਨੂੰ ਫੜ ਲੈਂਦੇ ਨੇ, ਕਦੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਤੁਰ ਪੈਂਦੇ। ਬਿਲਕੁਲ ਜਿਹੜੀ ਉਹਨਾਂ ਦੇ ਸਾਹਮਣੇ ਗੱਲ ਆਵੇ, ਜਿੱਦਾਂ ਤੁਸੀਂ ਦੱਸਿਆ ਕਿ ਜਿੱਧਰ ਬੱਲਾ ਘੁਮਾ ਦਿੰਦੇ ਨੇ ਤੇ ਉਧਰ ਹੀ ਉਹ ਸ਼ਾਟ ਮਾਰ ਦਿੰਦੇ ਨੇ ਤੇ ਮੁੜ ਕੇ ਫੀਲਡਰ ਲੱਭਦੇ ਫਿਰ ਉਹਨਾਂ ਦੀ ਗੱਲ ਕਿ ਉਹਨਾਂ ਨੇ ਕੀ ਕਿਹਾ ਤੇ ਕਿਉਂ ਕਿਹਾ। ਬਿਲਕੁਲ ਕੁਲਦੀਪ ਜੀ, ਪਹਿਲਾਂ ਸਿੱਧੂ ਆਪਣਿਆਂ ਮਗਰ ਪਏ, ਫਿਰ ਬਾਦਲ ਕਿਆ ਮਗਰ ਪੈ ਗਏ ਤੇ ਹੁਣ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਰਹੇ ਆ, ਤੁਸੀਂ ਕਿੱਦਾਂ ਦੇਖਦੇ ਹੋ? ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦੇ ਆਪਣੇ ਕਿਹੜੇ ਨੇ ਤੇ ਵਿਰੋਧੀ ਕਿਹੜੇ ਨੇ, ਕਿਉਂਕਿ ਪਰਿਵਾਰਕ ਤੌਰ ਤੇ ਵੇਖਿਆ ਜਾਵੇ ਤੇ ਕਾਂਗਰਸੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਨਵਜੋਤ ਸਿੰਘ ਸਿੱਧੂ ਜੀ। ਉਹਨਾਂ ਦੇ ਪਿਤਾ ਜੀ ਪੁਰਾਣੇ ਕਾਂਗਰਸੀ ਸਨ ਤੇ ਇਹ ਵੀ ਆਖਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪੈਰ ਨਹੀਂ ਸੀ ਲੱਗਣ ਦੇਣੇ ਪਟਿਆਲੇ ਦੇ ਵਿੱਚ। ਤੇ ਪਾਕਿਸਤਾਨ ਦੇ ਵਿੱਚ ਸੀਰੀਜ਼ ਚੱਲ ਰਹੀ ਸੀ, ਉੱਥੋਂ ਕਮੈਂਟਰੀ ਕਰਦਿਆਂ ਨੂੰ ਬੁਲਾ ਕੇ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਤੋਂ ਟਿਕਟ ਦੇ ਦਿੱਤੀ ਤੇ ਸਿੱਧੂ ਸਾਹਿਬ ਨੇ ਸਹੁੰ ਖਾ ਲਈ ਲੋਕਾਂ ਦੇ ਸਾਹਮਣੇ ਕਿ ਮੈਂ ਅੰਮ੍ਰਿਤਸਰ ਨੂੰ ਛੱਡ ਕੇ ਨਹੀਂ ਜਾਂਦਾ, ਤੇ ਗਏ ਵੀ ਨਹੀਂ। ਉੱਥੋਂ ਹੀ ਲੜੇ ਨੇ ਉਹਨਾਂ ਦੀ ਬੀਬੀ ਜੀ ਵੀ ਤੇ ਉਹ ਵੀ। ਹੁਣ ਨਵਜੋਤ ਸਿੱਧੂ ਪੈਂਤੜੇ ਕਿਵੇਂ ਬਦਲਦੇ ਨੇ? ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਤੇ ਇਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਸੰਸਦੀ ਸਕੱਤਰ ਸੀ ਤੇ ਇਹ ਵੀ ਐਮਐਲਏ ਸਨ ਤੇ ਇਹ ਥੋੜਾ ਜਿਹਾ ਜਾਂ ਐਮਪੀ ਵੀ ਸਨ। ਕਾਂਗਰਸ ਦੇ ਵੱਲ ਨੂੰ ਜਾਣ ਦਾ ਕਦੀ ਕੋਈ ਸੋਚ ਨਹੀਂ ਸਕਦਾ ਵੀ ਨਵਜੋਤ ਸਿੱਧੂ ਕਦੀ ਉਧਰ ਨੂੰ ਜਾਣਗੇ। ਤੇ ਅਕਾਲੀ ਦਲ ਦੇ ਨਾਲ ਮਿਲ ਕੇ ਚੱਲਦੇ ਸਨ। ਸੁਖਬੀਰ ਬਾਦਲ ਮਜੀਠੀਆ ਸਾਹਿਬ ਦੇ ਨਾਲ, ਜਿਵੇਂ ਆਪ ਹੀ ਖੁਦ ਦੱਸਦੇ ਨੇ ਕਿ ਮਜੀਠੀਆ ਸਾਹਿਬ ਦੇ ਨਾਲ ਮੇਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਇਸੇ ਕਰਕੇ ਕਿ ਭਾਈਵਾਲੀ ਸੀ। ਤੇ ਫਿਰ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਉੱਥੇ ਦੀਆਂ ਮਿਊਨਿਸਪਲ ਇਲੈਕਸ਼ਨਾਂ ਹੁੰਦੀਆਂ ਨੇ ਅੰਮ੍ਰਿਤਸਰ ਦੀਆਂ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਹਨੂੰ ਲਾਉਣਾ ਸੀ ਉਹ ਅਕਾਲੀ ਦਲ ਨੇ ਆਪਣੀ ਮਰਜ਼ੀ ਨਾਲ ਲਾ ਦਿੱਤਾ ਤੇ ਸਿੱਧੂ ਜੋੜੇ ਦੀ ਸੁਣੀ ਨਹੀਂ ਗਈ ਤੇ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਸੀ ਉਹ ਪਿੱਛੇ ਪੈਣ ਲੱਗ ਪਏ ਤੇ ਡਿਬੇਟਾਂ ਹੋਣ ਲੱਗ ਪਈਆਂ। ਪੋਸਟਰ ਲੱਗ ਗਿਆ ਅੰਮ੍ਰਿਤਸਰ ਦੇ ਵਿੱਚੋਂ ਗਾਇਬ ਨੇ ਨਵਜੋਤ ਸਿੱਧੂ। ਹਰਿਆਣੇ ਇਲੈਕਸ਼ਨਾਂ ਹੋਈਆਂ ਤੇ ਹਰਿਆਣੇ ਜਾ ਕੇ ਹਰਿਆਣੇ ਦੇ ਵਿੱਚ ਅਕਾਲੀ ਦਲ ਹੋਰ ਕਿਸੇ ਨੂੰ ਸਪੋਰਟ ਕਰ ਰਿਹਾ ਸੀ ਤੇ ਭਾਰਤੀ ਜਨਤਾ ਪਾਰਟੀ ਵੱਖਰੇ ਤੌਰ ਤੇ ਇਲੈਕਸ਼ਨ ਜਿਹੜੀ ਸੀ ਉੱਥੇ ਉਹ ਫਾਈਟ ਕਰ ਰਹੀ ਸੀ। ਨਵਜੋਤ ਸਿੰਘ ਸਿੱਧੂ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਪ੍ਰਚਾਰ ਕੀਤਾ ਤੇ ਅਕਾਲੀ ਦਲ ਨੂੰ ਖੂਬ ਰਗੜੇ ਲਾਏ। ਉੱਥੇ ਲਫ਼ਜ਼ ਵਰਤਿਆ ਕਿ ਮੈਨੂੰ ਪੂੰਝ ਕੇ ਪਰੇ ਸੁੱਟ ਦਿੱਤਾ ਗਿਆ। ਫਿਰ ਸਮਾਂ ਆ ਗਿਆ ਕਾਂਗਰਸ ਦਾ, ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਵਿੱਚ ਆਏ। ਆਖਰੀ ਵੇਲੇ ਤੱਕ ਇਹ ਕਨਸੂਆਂ ਰਹੀਆਂ 2017 ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਅੱਜ ਜਾਂ ਕਾਂਗਰਸ ਵਿੱਚ ਜਾਣਗੇ ਤੇ ਜਾਂ ਆਮ ਆਦਮੀ ਪਾਰਟੀ ਵਿੱਚ। ਫੇਰ ਕ੍ਰੈਡਿਟ ਜਿਹੜਾ ਕਹਿੰਦੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਗਿਆ ਤੇ ਉਹਨਾਂ ਨੇ ਇਹਨਾਂ ਦੀ ਪੱਕੀ ਮੰਨਣੀ ਹੋ ਗਈ, ਕਾਂਗਰਸ ਦੇ ਵਿੱਚ ਆ ਗਏ ਤੇ ਕੈਪਟਨ ਅਮਰਿੰਦਰ ਸਿੰਘ ਚੋਣਾਂ ਜਿੱਤ ਕੇ ਸੀਐਮ ਬਣ ਗਏ। ਨਵਜੋਤ ਸਿੰਘ ਸਿੱਧੂ ਦਾ ਫਿਰ ਉਹੀ ਹਾਲ, ਅੱਜ ਵੀ ਉਹੀ ਹਾਲ ਹੈ। ਮੁੱਦੇ ਜਿਹੜੇ ਉਠਾਏ ਨੇ ਇਸ ਬਾਰੇ ਕੋਈ ਸ਼ੱਕ ਨਹੀਂ ਹੈ, ਮੁੱਦੇ ਵਾਕਿਆ ਹੀ ਉਹੀ ਨੇ ਪੰਜਾਬ ਦੇ। ਇਹ ਤੋਂ ਗਾਂ ਹੋਰ ਮੁੱਦੇ ਹੋ ਸਕਦੇ ਨੇ ਪਰ ਵੱਡੇ 4 ਜਾਂ 5 ਇਹੋ ਹੀ ਮੁੱਦੇ ਨੇ। ਪਰ ਨਵਜੋਤ ਸਿੰਘ ਸਿੱਧੂ, ਤੁਸੀਂ ਇੱਕ ਸ਼ੁਰੂ 'ਚ ਲਫ਼ਜ਼ ਵਰਤਿਆ ਸੀ ਸ਼ੁਰਲੀ। ਹੁਣ ਪੰਜਾਬ ਦੀ ਇੱਕ ਅਖਬਾਰ ਨੇ ਵੀ ਇਸ ਨੂੰ ਸਿਆਸੀ ਸ਼ੁਰਲੀ ਵਜੋਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੀ ਸ਼ੁਰਲੀ ਤੋਂ ਕਾਂਗਰਸੀ ਹੈਰਾਨ। ਸ਼ੁਰਲੀ ਇਸ ਕਰਕੇ ਸ਼ੁਰਲੀ ਆਤਿਸ਼ਬਾਜ਼ੀ ਨੂੰ ਵੀ ਆਖ ਦਿੰਦੇ ਨੇ। ਆਤਿਸ਼ਬਾਜ਼ੀ ਆਪਣੀ ਪਹਿਲਾਂ ਰਫ਼ਤਾਰ ਨਾਲ ਉੱਪਰ ਜਾਂਦੀ ਤੇ ਕਈਆਂ ਦੇ ਉੱਪਰ ਜਾ ਕੇ ਪਟਾਕਾ ਚੱਲਦਾ ਤੇ ਕਈ ਵਿਚਾਰੀਆਂ ਉਦਾਂ ਹੀ ਸੁਆਹ ਹੋ ਕੇ ਥੱਲੇ ਡਿੱਗ ਪੈਂਦੀਆਂ ਨੇ। ਹੁਣ ਸ਼ੁਰਲੀ ਦਾ ਮਤਲਬ ਇਹ ਹੁੰਦਾ ਕਿ ਐਵੇਂ ਹੀ ਛੱਡ ਦਿੱਤੀ ਗੱਲ ਤੇ ਗੱਲ ਉਸ ਗੱਲ ਦੇ ਵਿੱਚ ਕੁਝ ਨਹੀਂ ਸੀ ਤੇ ਉਹਨੇ ਹੁਣ ਖਤਮ ਹੋ ਜਾਣਾ ਆਪਣਾ ਸਮਾਂ ਪਾ ਕੇ ਤੇ ਨਿਕਲਣਾ ਵਿੱਚੋਂ ਕੁਝ ਵੀ ਨਹੀਂ। ਤੇ ਜਾਂ ਇੱਕ ਸ਼ੁਰਲੀਆਂ ਜਿਹੜੀਆਂ ਮਾਡਰਨ ਸ਼ੁਰਲੀਆਂ ਆ ਉਹ ਵੱਡੀਆਂ ਨੇ, ਆਤਿਸ਼ਬਾਜ਼ੀ ਦੇ ਮੁਕਾਬਲੇ ਹੁੰਦੇ ਨੇ ਦੁਨੀਆ ਦੇ ਵਿੱਚ ਤੇ ਉਹ ਜਦੋਂ ਜਾ ਕੇ ਫਟਦੀਆਂ ਨੇ ਤੇ ਕਈ ਕਿਸਮ ਦੇ ਪਟਾਕੇ ਵਿੱਚੋਂ ਨਿਕਲਦੇ ਨੇ ਤੇ ਰੰਗ ਕਈ ਨਿਕਲਦੇ ਨੇ ਜਿਸ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ, ਹੈਰਾਨ ਹੁੰਦੇ ਨੇ। ਤੇ ਕੀ ਨਵਜੋਤ ਸਿੰਘ ਸਿੱਧੂ ਨੇ ਇਸ ਤਰ੍ਹਾਂ ਦਾ ਬੰਬ ਛੱਡਿਆ ਕੋਈ? ਨਵਜੋਤ ਸਿੰਘ ਸਿੱਧੂ ਨੇ ਗੱਲ ਜਿਹੜੀ ਕੀਤੀ ਆ ਉਸ ਨੂੰ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ। ਅਸਲ ਵਿੱਚ ਭਗਵੰਤ ਮਾਨ ਨੇ ਉਹਨਾਂ ਦੀ ਥੋੜੀ ਜਿਹੀ ਖਿਚਾਈ ਕੀਤੀ ਸੀ ਕਿ ਬਿਜਲੀ ਮੁੱਦਿਆਂ ਤੇ ਜਿਹੜੀਆਂ ਇੱਕ ਦੋ ਗੱਲਾਂ ਨੇ ਇਹਨਾਂ ਦਾ ਜਵਾਬ ਤਾਂ ਦਿਓ, ਪਰ ਉਹਨਾਂ ਦਾ ਜਵਾਬ ਇਹ ਆਵੇਗਾ ਇਹ ਉਮੀਦ ਨਾ ਭਗਵੰਤ ਮਾਨ ਨੂੰ, ਨਾ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਨਾ ਕੇਜਰੀਵਾਲ ਨੂੰ ਤੇ ਨਾ ਕਿਸੇ ਹੋਰ ਨੂੰ ਸੀ ਕਿ ਇਸ ਤਰ੍ਹਾਂ ਦੀ ਗੋਲ-ਮੋਲ ਗੱਲ ਕੀਤੀ ਜਾਵੇ। ਉਹਨਾਂ ਦਾ ਜਿਹੜਾ ਉਹਨੀ ਇਕੱਲੀ ਇਹੋ ਹੀ ਨਹੀਂ ਕੀਤੀ, ਭਗਵੰਤ ਮਾਨ ਦੇ ਇੱਕ ਪੁਰਾਣੇ ਵੀਡੀਓ ਨੂੰ ਵੀ ਨਾਲ ਟੈਗ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਗੱਲ ਕਰ ਰਹੇ ਨੇ, ਸ਼ਾਇਦ ਹੁਣ ਦੀ ਨਹੀਂ ਵੀਡੀਓ, ਪਿਛਲੀ ਵੀਡੀਓ ਹੈ। ਕਹਿੰਦੇ ਕਿ ਜਦੋਂ ਮੈਂ ਛੋਟੇ ਹੁੰਦੇ ਮੈਂ ਮੈਚ ਦੇਖਦਾ ਹੁੰਦਾ ਸੀ ਤੇ ਜਦੋਂ ਨਵਜੋਤ ਸਿੰਘ ਸਿੱਧੂ ਆਊਟ ਹੋ ਜਾਂਦੀ ਸੀ ਤੇ ਮੈਂ ਕਹਿੰਦਾ ਵੀ ਆਪਣਾ ਬੰਦਾ ਤੇ ਗਿਆ, ਛੱਡੋ ਹੁਣ ਮੈਚ ਕੀ ਦੇਖਣਾ ਤੇ ਉਹ ਵੀਡੀਓ ਨਾਲ ਟੈਗ ਕੀਤੀ ਹੈ। ਤੇ ਉਹ ਸੰਜੇ ਸਿੰਘ ਦੀ ਇੱਕ ਵੀਡੀਓ ਆ। ਇਹ ਸਾਰੀਆਂ ਗੱਲਾਂ ਤੇ ਹਨ ਜੇ ਉਹਨਾਂ ਦੇ ਮੁੱਦੇ ਸਹੀ ਨੇ, ਜੇ ਮੁੱਦੇ ਕਹਿੰਦੇ ਨੇ ਕਿ ਮੇਰੇ ਮੁੱਦਿਆਂ ਦੀ ਪ੍ਰੋੜਤਾ ਜਿਹੜੀ ਆ ਆਮ ਆਦਮੀ ਪਾਰਟੀ ਕਰਦੀ ਹੈ, ਉਹਨਾਂ ਨੂੰ ਮੇਰੇ ਮੁੱਦਿਆਂ ਦੀ ਪਛਾਣ ਹੈ ਤੇ ਸਮਝਦੇ ਨੇ ਕਿ ਪੰਜਾਬ ਦੇ ਹਿੱਤਾਂ ਲਈ ਲੜਾਈ ਕੌਣ ਲੜਦਾ ਪਿਆ ਤੇ ਫਿਰ ਤੁਸੀਂ ਕਿਹੜੇ ਖੇਮੇ 'ਚ ਬੈਠੇ ਹੋਏ ਹੋ?
ਜੇ ਤੁਸੀਂ ਵਿਰੋਧੀ ਵੀ ਲਿਖਿਆ ਉਸ ਦੇ ਵਿੱਚ, ਆਪੋਜੀਸ਼ਨ ਨੂੰ ਵੀ ਲਿਖਿਆ, ਬਿਲਕੁਲ ਪੰਜਾਬੀ ਵਿੱਚ ਵੀ ਟਵੀਟ ਕੀਤਾ, ਆਪਣੇ ਫੇਸਬੁੱਕ ਤੇ ਪੰਜਾਬੀ 'ਚ ਪਾਇਆ, ਟਵੀਟ ਜਿਹੜਾ ਅੰਗਰੇਜ਼ੀ ਵਿੱਚ ਕੀਤਾ, ਪਰ ਉਹ ਉਹਨਾਂ ਨੂੰ ਉਹ ਹੀ ਦੱਸ ਸਕਦੇ ਨੇ ਕਿ ਇਸ ਦਾ ਅਰਥ ਕੀ ਹੈ। ਇਸ ਦੇ ਅਰਥ ਦੋ ਤਿੰਨ ਨਿਕਲਦੇ ਨੇ ਜੀ, ਅਸੀਂ ਇਹਨੂੰ ਤਕਨੀਕੀ ਤੌਰ ਤੇ ਦੇਖ ਲੈਂਦੇ ਵੀ ਕੀ ਅਰਥ ਨੇ। ਬਿਲਕੁਲ, ਇੱਕ ਤੇ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਝੁਕਾਅ ਹੋ ਸਕਦਾ ਤੇ ਅੰਦਰ ਖਾਤੇ ਕੋਈ ਗੱਲਬਾਤ ਹੈ। ਕੈਪਟਨ ਅਮਰਿੰਦਰ ਸਿੰਘ ਇਹ ਕਹਿ ਵੀ ਚੁੱਕੇ ਨੇ ਕਿ ਅਖੀਰ ਇਹ ਨਹੀਂ ਉੱਥੇ ਜਾਣਾ। ਬਿਲਕੁਲ, ਹਾਂਜੀ, ਇੱਕ ਤੇ ਇਹ ਹੋ ਸਕਦਾ। ਦੂਸਰਾ ਇਹ ਹੋ ਸਕਦਾ ਵੀ ਕਾਂਗਰਸ ਪਾਰਟੀ ਨੂੰ ਝਟਕਾ ਦਿੱਤਾ ਜਾਵੇ ਕਿ ਤੁਸੀਂ ਮੇਰੀਆਂ ਗੱਲਾਂ ਤੇ ਗੌਰ ਨਹੀਂ ਕਰ ਰਹੇ, ਕਦੀ ਇੱਕ ਦਰਬਾਰ 'ਚ ਹਾਜ਼ਰੀ, ਕਦੀ ਦੂਸਰੇ ਪੀਰ ਕੋਲ ਹਾਜ਼ਰੀ, ਕਦੀ ਤੀਸਰੇ ਕੋਲ, ਕਦੀ ਕਿਸੇ ਨਾਲ, ਤੇ ਮੈਂ ਆਪਣੀ ਸ਼ਰਤਾਂ ਤੇ ਚੱਲਣ ਵਾਲਾ ਬੰਦਾ ਹੈ ਤੇ ਆਹ ਪਾਰਟੀ ਮੈਨੂੰ ਪਛਾਣਦੀ ਹੈ, ਮੇਰੇ ਫਰਜ਼ਾਂ ਨੂੰ ਦੇਖ ਲਓ, ਇਹ ਆਪਸ਼ਨ ਹੈਗੀ ਆ। ਤੇ ਤੀਸਰਾ ਇਸ਼ਾਰਾ ਇਹ ਹੈ ਕਿ ਉਹਨਾਂ ਦਾ ਜਿਹੜਾ ਆਪਣਾ ਇੱਕ ਸਿਸਟਮ ਹੈ ਕਿ ਜਿਵੇਂ ਉਹ ਮੁੱਦਿਆਂ ਦੀ ਗੱਲ ਕਰਦੇ ਨੇ ਕਿ ਉਸੇ ਤੇ ਖੜੇ ਨੇ ਤੇ ਉਹ ਲੋਕਾਂ ਨੂੰ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਮੈਂ ਇਹਨਾਂ ਮੁੱਦਿਆਂ ਤੇ ਖੜਾ ਆ ਤੇ ਆਮ ਆਦਮੀ ਪਾਰਟੀ ਵੀ ਮੇਰੇ ਮੁੱਦਿਆਂ ਤੇ ਮੋਹਰ ਲਾਉਂਦੀ ਹੈ ਤੇ ਭਾਵੇਂ ਮੈਂ ਕਾਂਗਰਸ ਹੋਵਾਂ ਨਾ ਹੋਵਾਂ, ਪ੍ਰਾਈਮ ਬੰਦਾ ਮੈਂ ਹੀ ਆ ਜਿਹਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ। ਇਹ ਦੋ ਤਿੰਨ ਨੁਕਤਾ ਨਜ਼ਰ ਹੋ ਸਕਦੇ ਨੇ, ਪਰ ਸਿੱਧੂ ਨੇ ਕਲੀਅਰ ਅਜੇ ਕੀਤਾ ਨਹੀਂ ਤੇ ਨਾ ਉਹਨਾਂ ਦੇ ਕਰਨ ਦੀ ਉਮੀਦ ਹੈ। ਕਲੀਅਰ ਕਰਨਾ ਕਦੋਂ ਉਹਨਾਂ ਨੇ? ਜੇ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਅਸੀਂ ਕੱਲ ਜਿਹੜੀ ਰਿਕਾਰਡਿੰਗ ਕੀਤੀ ਸੀ ਇਸੇ ਪ੍ਰੋਗਰਾਮ ਵਿੱਚ, ਉਸ ਵਿੱਚ ਪ੍ਰੋਗਰਾਮ ਦੀ ਰਿਕਾਰਡਿੰਗ ਪਹਿਲਾਂ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਸਾਰੀ ਇਹ ਹਰਕਤ ਹੋਈ ਹੈ ਤੇ ਉਦੋਂ ਤੱਕ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਸਿਰਫ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਰਗੜੇ ਲਾ ਰਹੇ ਨੇ, ਜ਼ਿਆਦਾ ਅਕਾਲੀ ਦਲ ਨੂੰ। ਆਮ ਆਦਮੀ ਪਾਰਟੀ ਦਾ ਉਹਨਾਂ ਨੇ ਬਹੁਤਾ ਜ਼ਿਕਰ ਨਹੀਂ ਕੀਤਾ। ਇਹ ਆਖਿਆ, ਇਹ ਨਹੀਂ ਕਿਹਾ ਕਿ ਦਿੱਲੀ ਮਾਡਲ ਫੇਲ ਹੈ, ਉਹਨੇ ਕਿਹਾ ਕਿ ਦਿੱਲੀ ਮਾਡਲ ਨਹੀਂ, ਗੁਜਰਾਤ ਮਾਡਲ ਨਹੀਂ, ਪੰਜਾਬ ਮਾਡਲ ਚੱਲਣਾ। ਤੇ ਜੇ ਪੰਜਾਬ ਮਾਡਲ ਹੀ ਚੱਲਣਾ ਹੈ ਤੇ ਇਹਦੀ ਮੋਹਰ ਦਿੱਲੀ ਤੋਂ ਕਿਉਂ ਲਾਉਣੀ ਆ? ਉਹ ਦਿੱਲੀ ਵਾਲੇ ਪੀਰ ਜਿਹੜੇ ਨੇ ਉਹ ਕਿਵੇਂ ਮੋਹਰ ਲਾ ਕੇ ਦੇਣਗੇ ਕਿ ਸਾਨੂੰ ਪੰਜੇ ਦੇ ਨਿਸ਼ਾਨ ਦੀ ਲੋੜ ਹੈ, ਕਿ ਤਕੜੀ ਦੀ ਲੋੜ ਹੈ, ਕਿ ਫੁੱਲ ਦੇ ਕਮਲ ਦੇ ਫੁੱਲ ਦੀ ਲੋੜ ਹੈ ਜਾਂ ਝਾੜੂ ਦੀ ਲੋੜ ਹੈ? ਕੀ ਨਵਜੋਤ ਸਿੰਘ ਸਿੱਧੂ ਜੇ ਇਕੱਲਾ ਹੀ ਇਸ ਤਰ੍ਹਾਂ ਮੁੱਦਿਆਂ ਨੂੰ ਉਠਾਉਂਦਾ ਰਹੇਗਾ ਉਹ ਆਪਣੇ ਆਪ 'ਚ ਕਾਮਯਾਬ ਹੋ ਸਕਦਾ? ਇਹ ਸਾਰੀਆਂ ਗੱਲਾਂ ਸਿੱਧੂ ਨੂੰ ਆਪਣੇ ਆਪ ਨੂੰ ਵੀ ਸਵਾਲ ਪੁੱਛਣੇ ਬਣਦੇ ਨੇ। ਜੇ ਕੱਲ ਉਹਨੇ ਪੰਜਾਬੀਆਂ ਦੇ ਸਾਰੇ ਸਿਆਸਤਦਾਨਾਂ ਦੇ ਸਾਰੇ ਮੀਡੀਆ ਦੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਦੇਖੋ ਮੈਂ ਕੀ ਕਰਨ ਜਾ ਰਿਹਾ, ਤੇ ਉਹ ਆਪਣੇ ਆਪ ਦੇ ਵਿੱਚ ਜਾਂ ਤਾਂ ਬਹੁਤ ਕਲੀਅਰ ਨੇ ਤੇ ਜਾਂ ਬਹੁਤ ਕਨਫਿਊਜ਼ ਨੇ। ਬਿਲਕੁਲ, ਵਿੱਚ ਵਿਚਾਲੇ ਉਹਨਾਂ ਲਈ ਕੋਈ ਰਸਤਾ ਨਹੀਂ ਜੀ। ਇਹ ਗੱਲ ਸੀ ਨਵਜੋਤ ਸਿੰਘ ਸਿੱਧੂ ਦੀ। ਤੇ ਹੁਣ ਗੱਲ ਕਰਾਂਗੇ ਕਾਂਗਰਸ ਹਾਈ ਕਮਾਨ ਦੀ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰਦੇ ਸੀ ਸਿੱਧੂ ਦੀ। ਜਦੋਂ ਸਿੱਧੂ ਨੇ ਇੱਧਰ ਸ਼ਗੂਫਾ ਛੱਡਿਆ ਪੰਜਾਬ ਦੇ ਵਿੱਚ ਤੇ ਹਾਈ ਕਮਾਨ ਦਿੱਲੀ ਦੇ ਵਿੱਚ ਮੀਟਿੰਗ ਕਰ ਰਹੀ ਸੀ ਤੇ ਹਰੀਸ਼ ਰਾਵਤ ਇਹ ਕਹਿ ਰਹੇ ਸੀ ਕਿ ਇੱਕ ਦੋ ਦਿਨਾਂ 'ਚ ਖੁਸ਼ਖਬਰੀ ਮਿਲ ਜੂਗੀ। ਕਿਹੜੀਆਂ ਖੁਸ਼ਖਬਰੀ? ਪਿਛਲੀ ਵਾਰੀ ਸ਼ੁਰਲੀ ਕਹੇ ਅਸੀਂ ਸ਼ਗੂਫਾ ਦੱਸ ਦਿੱਤਾ ਜੀ। ਬਿਲਕੁਲ ਠੀਕ ਹੈ ਜੀ। ਅੱਛਾ, ਮੈਂ ਤੁਹਾਡੀ ਗੱਲ 'ਚ ਗੱਲ ਜੋੜਨੀ ਚਾਹੁੰਦਾ ਸੀ, ਜੇ ਸ਼ੁਰਲੀ ਸਹੀ ਚੰਗੇ ਤਰੀਕੇ ਨਾਲ ਚੱਲ ਜਾ ਜਿੱਦਾਂ ਪੰਜਾਬ ਦੇ ਲੋਕ ਸਿੱਧੂ ਤੋਂ ਉਮੀਦ ਲਾਈ ਬੈਠੇ ਨੇ, ਤੇ ਜੇ ਸਿੱਧੂ ਸਾਹਿਬ ਸੱਚੀ ਕਿਸੇ ਪਾਸੇ ਇਸ ਗੱਲ ਦੇ ਵਿੱਚ ਹੋਏ ਜਿੱਦਾਂ ਕੁਲਦੀਪ ਜੀ ਨੇ ਦੱਸਿਆ ਕਿ ਉਹ ਬਹੁਤ ਧਿਰਾਂ ਨੂੰ ਰਗੜੇ ਲਾ ਰਹੇ ਨੇ, ਜਿੰਨਾ ਕੁ ਰਗੜਾ ਉਹਨਾਂ ਨੇ ਹੁਣ ਤੱਕ ਕਾਂਗਰਸ ਨੂੰ ਲਾਤਾ, ਜੇ ਸਿੱਧੂ ਸਾਹਿਬ ਸੱਚੀਓ ਪਾਸਾ ਪਲਟ ਗਏ ਤੇ ਇਹਨਾਂ ਸਾਰਿਆਂ ਲਈ ਇਹ ਸ਼ੁਰਲੀ ਜਿਹੜੀ ਹੈ ਉਹ ਖਤਰਨਾਕ ਵੀ ਸਾਬਤ ਹੋ ਸਕਦੀ। ਬੀਤੇ ਦੀ ਆਉਣ ਵਾਲੇ ਸਮੇਂ ਦਾ ਨਹੀਂ ਪਤਾ। ਜਿੱਦਾਂ ਆਮ ਆਦਮੀ ਪਾਰਟੀ ਨੇ ਇੱਕ ਰਿਟਾਇਰ ਹੋਏ ਅਫਸਰ ਨੂੰ ਜੁਆਇਨ ਕਰ ਲਿਆ ਤੇ ਸਾਰਿਆਂ ਦੇ ਵਿੱਚ ਰੌਲਾ ਸੀਗਾ ਕਿ ਇਹਨਾਂ ਨੇ ਜਲਦੀ ਕਰ ਲਈ। ਹੋ ਸਕਦਾ ਸਿੱਧੂ ਸਾਹਿਬ 2-3 ਮਹੀਨੇ ਹੋਰ ਇਦਾਂ ਦੀਆਂ ਸ਼ੁਰਲੀਆਂ ਛੱਡ ਕੇ ਤੇ ਬਾਕੀਆਂ ਨੂੰ ਹੋਰ ਰਗੜੇ ਲਾ ਦੇਣ ਤੇ ਬਾਅਦ ਵਿੱਚ ਉਹਨਾਂ ਨੇ ਕੋਈ ਵਾਕਈ ਕੈਪਟਨ ਸਾਹਿਬ ਦੀ ਗੱਲ ਨੂੰ ਸੱਚ ਕਰ ਵਿਖਾਇਆ ਤੇ ਮੁਸ਼ਕਲ ਹੋ ਸਕਦੀ। ਇਹ ਵੀ ਗੱਲ ਸਾਹਮਣੇ ਆਈ, ਉਹ ਕਹਿੰਦੇ ਵੀ ਅਸੀਂ ਇਹਦੇ ਲਈ ਕੋਈ ਅਹੁਦਾ ਸੋਚ ਰਹੇ ਹਾਂ ਤੇ ਇਹ ਕਿਹੜੇ ਕੰਮਾਂ ਨੂੰ ਪੈ ਗਿਆ? ਅਹੁਦਾ ਤੇ ਉਹ ਸੋਚ ਰਹੇ ਨੇ ਜਿਹੜਾ ਉਹਨਾਂ ਨੇ ਬਿਜਲੀ ਮੰਤਰੀ ਦਾ ਦਿੱਤਾ ਸੀ, 4 ਸਾਲ ਹੋ ਗਿਆ ਉਸ ਗੱਲ ਨੂੰ, ਉਹ ਅਹੁਦੇ ਦਾ ਉਹਨਾਂ ਨੇ ਫਾਇਦਾ ਨਹੀਂ ਉਠਾਇਆ। ਜੇ ਉਸੇ ਅਹੁਦੇ ਤੇ, ਇਹ ਗੱਲ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ, ਜੇ ਸਿੱਧੂ ਸਾਹਿਬ ਚੰਗੇ ਤਰੀਕੇ ਨਾਲ ਮੁੱਦੇ ਉਠਾਉਂਦੇ ਨੇ, ਜੇ ਚੰਗੇ ਤਰੀਕੇ ਨਾਲ ਬਿਜਲੀ ਮੰਤਰੀ ਦਾ ਵੀ ਕੰਮ ਕੀਤਾ ਹੁੰਦਾ ਉਹਨਾਂ ਨੇ, ਤੇ ਉਹਨਾਂ ਦਾ ਕੱਦ ਉਹਨਾਂ ਦੀਆਂ ਗੱਲਾਂ ਨਾਲੋਂ ਵੀ ਵੱਡਾ ਹੋਣਾ ਸੀ ਅੱਜ ਦੀ। ਪਰ ਉਹਨਾਂ ਨੇ ਤਾਂ ਇਹ ਗੱਲ ਆਖ ਦਿੱਤੀ ਨਾ ਜੀ ਕਿ ਅਸਲ ਜਿਹੜੇ ਪ੍ਰੋਬਲਮ ਜੜ ਹੈ ਜਿਹੜੀ ਬਿਜਲੀ ਦੀ, ਉਹ ਜਿਹੜੇ ਸਮਝੌਤੇ ਨੇ ਸਾਡੇ ਜਿਹੜੇ ਬਿਜਲੀ ਦੇ ਉਹ ਨੇ ਤੇ ਇਹ ਰੈਗੂਲੇਟਰੀ ਅਥਾਰਟੀ ਕਰਦੀ ਹੈ। ਬਿਲਕੁਲ, ਅਥਾਰਟੀ ਨੇ ਸਾਰਾ ਕੁਝ ਕਰਨਾ ਹੁੰਦਾ ਤੇ ਅਥਾਰਟੀ ਜਿਹੜੀ ਆ ਉਹ ਬਿਜਲੀ ਮੰਤਰੀ ਦੇ ਅਧੀਨ ਨਹੀਂ ਬਲਕਿ ਮੁੱਖ ਮੰਤਰੀ ਦੇ ਅਧੀਨ ਹੁੰਦੀ ਹੈ। ਬਿਲਕੁਲ, ਇਸ ਕਰਕੇ ਉਹਨਾਂ ਕਹਿ ਕੇ ਮੁੱਖ ਮੰਤਰੀ ਸਿਰਫ ਉਹ ਜਿਹੜਾ ਬਿਜਲੀ ਮੰਤਰੀ ਆ ਉਹ ਸਿਰਫ ਨਾਂ ਦਾ ਪਲੱਗ ਹੀ ਲੱਗਾ ਹੈ ਕੰਧ ਦੇ ਵਿੱਚ ਬਿਜਲੀ ਦਾ। ਬਿਲਕੁਲ, ਕੋਈ ਸਪਲਾਈ ਜਿਹੜੀ ਉਹਦੇ ਵਿੱਚੋਂ ਆਉਂਦੀ ਹੈ। ਕੁਲਦੀਪ ਜੀ, ਜਦੋਂ ਅਸੀਂ ਰਾਜਤੰਤਰ ਨੂੰ ਸਮਝਦੇ ਹਾਂ, ਚਾਹੇ ਉਹ ਕਿਸੇ ਵੀ ਤਰੀਕੇ ਦੀ ਸਰਕਾਰ ਹੋਵੇ, ਚਾਹੇ ਉਹ ਡੈਮੋਕ੍ਰੇਸੀ ਆ, ਚਾਹੇ ਉਹ ਰਾਜਾਸ਼ਾਹੀ ਆ, ਬਹੁਤ ਮੁਲਕਾਂ 'ਚ ਹਾਲੇ ਵੀ ਰਾਜਾਸ਼ਾਹੀ ਚੱਲਦੀ ਹੈ, ਬਹੁਤ ਜਗ੍ਹਾ ਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਆ, ਤੇ ਵਿਦਵਾਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਜਿਹਦੀ ਮਰਜ਼ੀ ਹੋਵੇ, ਜਿਹੜੀ ਮਰਜ਼ੀ ਤਰੀਕੇ ਦੀ ਸਰਕਾਰ ਬਣੀ ਹੋਵੇ, ਜਿਹੜਾ ਫੈਸਲਾ ਲੈਣ ਦਾ ਅਧਿਕਾਰ ਆ ਇੱਕ ਬੰਦੇ ਕੋਲ ਹੀ ਹੁੰਦਾ। ਕੈਬਨਿਟ ਦੇ ਵਿੱਚ ਤੁਸੀਂ ਦੇਖਦੇ ਆ 70-71 ਮੰਤਰੀ ਨੇ, ਪਰ 5 ਮੰਤਰੀਆਂ ਤੋਂ ਬਾਅਦ 6ਵੇਂ ਦਾ ਕਿਸੇ ਨੂੰ ਨਾਂ ਨਹੀਂ ਯਾਦ ਆਉਂਦਾ। ਤਾਂ ਹੀ ਫਿਰ ਇੱਕ ਵੱਡੇ ਪੱਤਰਕਾਰ ਨੇ ਹੁਣ ਜਦੋਂ ਕੈਬਨਿਟ ਬਣੀਆਂ ਤੇ ਇਹੀ ਗੱਲ ਕਹੀ ਕਿ ਕੰਮ ਕਰਨ ਵਾਲੇ 2 ਬੰਦੇ ਨੇ,
ਨਾਂ ਜਿਨ੍ਹਾਂ ਦਾ ਲੱਗਣਾ ਉਹ 71 ਲੋਕ ਨੇ। ਜੀ। ਜ਼ਿੰਮੇਵਾਰੀ ਜਦੋਂ ਕੁਝ ਨਾਕਾਮਯਾਬੀ ਹੋਣੀ ਆ ਫਿਰ ਇਹਨਾਂ ਦਾ ਨਾਂ ਆਉਣਾ ਕਿ ਬਿਜਲੀ ਮੰਤਰੀ ਨੇ ਆਹ ਕਰਤਾ ਤੇ ਖੇਤੀ ਮੰਤਰੀ ਨੇ ਆਹ ਕਰਤਾ ਤੇ ਤੋਮਰ ਨੇ ਆਹ ਕਰਤਾ। ਜੀ। ਤੇ ਕੰਮ ਤੇ ਕਹਿੰਦੇ ਨੇ 1.5 ਮੰਤਰੀ ਕਰਦਾ, ਇੱਕ ਪ੍ਰਧਾਨ ਮੰਤਰੀ ਪੂਰਾ ਮੰਤਰੀ ਦੱਸਦੇ ਆ ਤੇ ਗ੍ਰਹਿ ਮੰਤਰਾਲੇ ਨੂੰ ਅੱਧਾ ਮੰਤਰਾਲੇ ਦੱਸਦੇ ਆ। ਜੇਕਰ ਜਿਹੜੀਆਂ ਉਹਨਾਂ ਦੀਆਂ ਪਾਵਰਾਂ ਆ ਉਹਨਾਂ ਦੀ ਡੀਸੈਂਟਰਲਾਈਜੇਸ਼ਨ ਸਹੀ ਤਰੀਕੇ ਨਾਲ ਹੋਈ ਹੋਵੇ, ਜੇ ਬਿਜਲੀ ਦੇ ਕੰਮ ਲਈ ਬਿਜਲੀ ਮੰਤਰੀ ਹੀ ਜ਼ਿੰਮੇਵਾਰ ਹੋਵੇ ਤਾਂ ਫਿਰ ਗੱਲ ਕਿਤੇ ਹੋਰ ਹੋ ਸਕਦੀ। ਤੇ ਸਵਲੀਨ ਜੀ ਅਸੀਂ ਗੱਲ ਹੋਰ ਪਾਸੇ ਲੈ ਕੇ ਚਲੇ ਗਏ। ਗੱਲ ਤੁਸੀਂ ਕੀਤੀ ਸੀ ਜਦੋਂ ਸਿੱਧੂ ਸਾਹਿਬ ਇੱਧਰ ਸ਼ਗੂਫੇ ਛੱਡ ਰਹੇ ਸੀ ਤੇ ਉਧਰ ਹਾਈ ਕਮਾਂਡ ਇਹਨਾਂ ਲਈ ਕੀ ਰੁਤਬਾ ਤਿਆਰ ਕਰ ਰਹੀ ਹੈ ਤੇ ਕੀ ਉਹ ਪੰਜਾਬ ਲਈ ਸੋਚ ਰਹੀ ਹੈ। ਜੀ। ਹਾਈ ਕਮਾਂਡ ਸਿਰਫ ਔਰ ਸਿਰਫ ਇਸ ਲੜਾਈ ਨੂੰ ਠੱਲਣ ਦੀ ਕੋਸ਼ਿਸ਼ 'ਚ ਜਾਂ ਇਦਾਂ ਕਹਿ ਲਓ ਕਿ ਜਿਹੜੀ ਇਹ ਅੱਗ ਬਲਦੀ ਆ ਹਾਈ ਕਮਾਂਡ ਇਹਦੇ ਉੱਪਰ ਸਵਾਹ ਪਾਉਣ ਦੀ ਕੋਸ਼ਿਸ਼ 'ਚ। ਹਾਈ ਕਮਾਂਡ ਕਰਨ ਕਰਾਉਣ ਜੋਗੀ ਕੁਝ ਨਹੀਂ। ਜੇ ਹਾਈ ਕਮਾਂਡ ਕਾਂਗਰਸ ਦੀ ਪਾਵਰਫੁਲ ਹੁੰਦੀ ਤੇ ਜਿੱਦਾਂ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਸੀਐਮ ਨੂੰ ਬਦਲ ਦਿੱਤਾ, ਦੂਜਾ ਲਾਇਆ, ਦੂਜਾ ਨਹੀਂ ਚੰਗਾ ਲੱਗਾ, 4 ਮਹੀਨੇ ਬਾਅਦ ਤੀਜਾ ਲਾਤਾ। ਤੇ ਇੱਥੇ ਕੋਈ ਵੀ ਬੰਦਾ ਪਾਰਟੀ ਦੇ ਅੰਦਰ ਰਹਿ ਕੇ ਗੱਲ ਜ਼ਰੂਰ ਕਰਦਾ ਪਰ ਇਦਾਂ ਇੰਨਾ ਖੁੱਲ ਕੇ ਨਾ ਤੇ ਕੈਪਟਨ ਸਾਹਿਬ ਨੇ ਬੋਲਣਾ ਸੀ, ਨਾ ਸਿੱਧੂ ਨੇ ਬੋਲਣਾ ਸੀ, ਨਾ ਕਿਸੇ ਰੰਧਾਵੇ ਨੇ ਬੋਲਣਾ ਸੀ ਤੇ ਨਾ ਵੜਿੰਗ ਨੇ ਬੋਲਣਾ ਸੀ ਤੇ ਨਾ ਬਾਜਵੇ ਨੇ ਬੋਲਣਾ ਸੀ। ਹਾਈ ਕਮਾਂਡ ਨੂੰ ਵੀ ਇਹੀ ਨਜ਼ਰ ਆ ਰਿਹਾ ਹੈ ਕਿ ਜਿਹੜੇ ਦਿਨ ਆ ਚੋਣਾਂ ਦੇ ਥੋੜੇ ਰਹਿ ਗਏ ਤੇ ਇਸ ਮਸਲੇ ਨੂੰ ਹੱਲ ਕਿੱਦਾਂ ਕੀਤਾ ਜਾਵੇ। ਹਾਈ ਕਮਾਂਡ ਦੇ ਵਿੱਚ ਤੁਸੀਂ ਰਾਵਤ ਜੀ ਦੀ ਗੱਲ ਕੀਤੀ। ਰਾਵਤ ਜੀ 3-4 ਵਾਰੀ ਹਾਈ ਕਮਾਂਡ ਦੀਆਂ ਮਿਹਨਤਾਂ ਕਰ ਚੁੱਕੇ ਕਿ ਮੈਨੂੰ ਪੰਜਾਬ ਚੋਂ ਮੇਰੀ ਜਾਨ ਛਡਾਓ, ਮੈਂ ਉੱਤਰਾਖੰਡ ਜਾ ਕੇ ਦੇਖਾਂ, ਕਿਉਂਕਿ ਚੋਣਾਂ ਉੱਥੇ ਵੀ ਨਹੀਂ ਤੇ ਮੁੱਖ ਮੰਤਰੀ ਉਹ ਵੀ ਬਣਨਾ ਚਾਹੁੰਦੇ ਨੇ। ਤੇ ਉੱਤਰਾਖੰਡ ਦੇ ਹਾਲਾਤ ਵੀ ਸਾਜ਼ਗਾਰ ਨੇ। ਹੋ ਸਕਦਾ ਕਾਂਗਰਸ ਦੇ ਉੱਥੇ ਹੱਥ ਸਰਕਾਰ ਜਿਹੜੀ ਆ ਜਾਏ, ਕਿਉਂਕਿ ਬੀਜੇਪੀ ਦੇ ਉੱਥੇ ਜਿੰਨੇ ਕੋਲ ਨੇ ਮੁੱਖ ਮੰਤਰੀ ਬਦਲੇ ਆ ਤੇ ਜਿਵੇਂ ਦੀ ਉੱਥੇ ਕੋਰੋਨਾ ਦੀ ਸਥਿਤੀ ਰਹੀ ਆ ਤੇ ਜਿੱਦਾਂ ਦੀਆਂ ਚੀਜ਼ਾਂ ਉੱਥੇ ਹੋਰ ਘਟਨਾਵਾਂ ਘਟੀਆਂ ਨੇ, ਕਿਸਾਨ ਆਗੂਆਂ ਦੇ ਬਿਆਨ ਵੀ ਆ, ਉੱਥੇ ਦੀ ਜਿਹੜੀ ਲੋਕਲ ਰਾਜਨੀਤੀ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋਈਆਂ। ਜਿਹੜੇ ਤ੍ਰਿਵੇਂਦਰ ਸਿੰਘ ਰਾਵਤ ਪਹਿਲਾਂ ਮੁੱਖ ਮੰਤਰੀ ਸੀ, ਉਹਨਾਂ ਨੇ ਉੱਥੇ ਜਿਹੜੇ ਧਾਰਮਿਕ ਸਥਲ ਆ ਉੱਥੇ ਜਿਹੜੇ ਟਰੱਸਟ ਬਣੇ ਹੋਏ ਆ ਉਹਨਾਂ ਤੇ ਕੁਝ ਕਿੰਤੂ ਪ੍ਰੰਤੂ ਕੀਤਾ ਸੀ ਤੇ ਲੋਕਲ ਉਹਨਾਂ ਦਾ ਬਹੁਤ ਵਿਰੋਧ ਹੋਇਆ ਸੀ ਜੀ। ਤੇ ਤੀਰਥ ਸਿੰਘ ਰਾਵਤ ਜੀ ਨੂੰ ਲਾਇਆ ਗਿਆ। ਰਾਵਤ ਜੀ ਦਾ ਜਿਹੜਾ ਐਕਸਪੀਰੀਅੰਸ ਤਾਂ ਬਹੁਤ ਸੀ ਪਰ ਉਹ ਉਨੇ ਚੰਗੇ ਤਰੀਕੇ ਨਾਲ ਕਮਾਂਡ ਨਹੀਂ ਕਰ ਸਕੇ ਤੇ ਇਲੈਕਸ਼ਨ ਦਾ ਬਹਾਨਾ ਲਾ ਕੇ ਉਹਨਾਂ ਨੂੰ ਲਾ ਦਿੱਤਾ ਗਿਆ। ਸੋ ਹਾਈ ਕਮਾਂਡ ਜਿਹੜੀ ਆ ਉਹ ਪੰਜਾਬ ਲਈ ਕੀ ਸੋਚ ਰਹੀ ਆ ਕੀ ਨਹੀਂ ਸੋਚ ਰਹੀ ਉਹਦੇ ਬਾਰੇ ਕਿਆਸ ਰਾਈਆਂ ਜ਼ਰੂਰ ਚੱਲ ਰਹੀਆਂ। ਪਰ ਹਾਈ ਕਮਾਂਡ ਜੇ ਸਿੱਧੂ ਸਾਹਿਬ ਨੂੰ ਮੁੱਖ ਲਾ ਦਊਗੀ ਪਾਰਟੀ ਪ੍ਰਧਾਨ ਵੀ ਤੇ ਉਹਦੇ ਲਈ ਵੀ ਹਾਲੇ ਤੱਕ ਕੋਈ ਹਾਲਾਤ ਸਾਜ਼ਗਾਰ ਲੱਗਦੇ ਨਹੀਂ, ਕਿਉਂਕਿ ਕੈਪਟਨ ਸਾਹਿਬ ਨੇ ਬਹੁਤ ਸਪਸ਼ਟ ਕਿਹਾ ਸੀਗਾ ਕਿ ਇਦਾਂ ਨਾ ਕਰਿਓ, ਇਦਾਂ ਇਹਨਾਂ ਨੂੰ ਕੋਈ ਅਹੁਦਾ ਨਾ ਦਿਓ। ਕਿਉਂਕਿ ਜੇ ਅੱਜ ਹਾਈ ਕਮਾਂਡ ਸਿੱਧੂ ਸਾਹਿਬ ਨੂੰ ਉੱਥੇ ਪਾਰਟੀ ਪ੍ਰਧਾਨ ਲਾ ਦਿੰਦੀ ਆ ਤੇ ਫਿਰ ਉਹ 4 ਮਹੀਨੇ ਬਾਅਦ ਜਦੋਂ ਚੋਣਾਂ ਦਾ ਦੌਰ ਸ਼ੁਰੂ ਹੋਣਾ ਤੇ ਉਹ ਮੁੱਖ ਮੰਤਰੀ ਨਾਲੋਂ ਵੱਡਾ ਚਿਹਰਾ ਬਣ ਕੇ ਸਾਹਮਣੇ ਆਉਣਗੇ, ਕਿਉਂਕਿ ਟਿਕਟਾਂ ਦੇ ਵਿੱਚ ਵੀ ਉਹਨਾਂ ਦੀ ਪੁੱਛ ਪੜਤਾਲ ਹੋਣੀ ਆ। ਫਿਰ ਇਹਨਾਂ ਦਾ ਆਪਸ 'ਚ ਕਲੈਸ਼ ਹੋਵੇਗਾ, ਉਹਦਾ ਨੁਕਸਾਨ ਸਰਕਾਰ ਨੂੰ ਵੱਧ ਹੋਵੇਗਾ। ਇਹ ਗੱਲ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਸਮਝਦੀ ਆ, ਭਾਵੇਂ ਉਹਨਾਂ ਨੇ ਹੁਣ ਤੱਕ ਦੇ ਫੈਸਲੇ ਨਾ ਸਮਝੀ ਵਾਲੇ ਕੀਤੇ ਆ। ਪਰ ਇਸ ਮੀਟਿੰਗ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਵੀ ਬੈਠੇ ਸੀ। ਹੁਣ ਇਹ ਵੀ ਗੱਲ ਦੇਖਣੀ ਬਣਦੀ ਹੈ ਕਿ ਕਿਸ ਅਹੁਦੇ ਨਾਲ ਬੈਠੇ ਸੀ। ਪੰਜਾਬ ਦੇ ਵਿੱਚ ਉਹ ਸਿਰਫ ਸਲਾਹਕਾਰ ਨੇ ਤੇ ਕੈਪਟਨ ਦੇ ਸਲਾਹਕਾਰ ਨੇ। ਸਿੱਧੂ ਨੂੰ ਹੁਣੇ ਕੁਲਦੀਪ ਜੀ ਨੇ ਦੱਸਿਆ ਕਿ ਕਾਂਗਰਸ 'ਚ ਲਿਆਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਸੀ। ਪ੍ਰਿਯੰਕਾ ਗਾਂਧੀ ਨਾਲ ਸਿੱਧੂ ਦੀ ਨੇੜਤਾ ਦੱਸੀ ਜਾਂਦੀ ਆ, ਰਾਹੁਲ ਗਾਂਧੀ ਨਾਲ ਇਹਨਾਂ ਦੀ ਨੇੜਤਾ ਦੱਸੀ ਜਾਂਦੀ ਆ ਤੇ ਹਾਈ ਕਮਾਂਡ ਦੇ ਵਿੱਚ ਕੈਪਟਨ ਸਾਹਿਬ ਦੇ ਪੁਰਾਣੇ ਉੱਥੇ ਬਹੁਤ ਲੰਬੇ ਚੌੜੇ ਸੈੱਲ ਨੇ ਤੇ ਬਹੁਤ ਵੱਡਾ ਨੈਟਵਰਕ ਆ। ਜਿਹੜੀ 3 ਮੈਂਬਰੀ ਕਮੇਟੀ ਸੀ ਉਹਨੂੰ ਕੈਪਟਨ ਸਾਹਿਬ ਕੱਖ ਵੀ ਨਹੀਂ ਸਮਝਦੇ। ਸੋ ਇਹਦੇ ਵਿੱਚੋਂ ਬਣਦਾ ਵੀ ਨਹੀਂ, ਉਹਨਾਂ ਤੋਂ ਵੱਡੇ ਲੀਡਰ ਨੇ ਉਹ। ਕੁਲਦੀਪ ਜੀ, ਜਿਵੇਂ ਸ਼ਰਮਾ ਜੀ ਨੇ ਕਿਹਾ ਕਿ ਪੰਜਾਬ ਕਾਂਗਰਸ 'ਚ ਜਿਹੜੀ ਅੱਗ ਲੱਗੀ ਹੈ ਹਾਈ ਕਮਾਂਡ ਉੱਤੇ ਤੇ ਸਵਾਹ ਪਾ ਰਹੀ ਹੈ ਤੇ ਸਵਾਹ ਨਾਲ ਤੇ ਅੱਗ ਹੋਰ ਧੁਖੀ ਜਾਣੀ, ਉਹਨਾਂ ਕੋਲ ਪਾਣੀ ਹੈ ਨਹੀਂ ਬੁਝਾਉਣ ਲਈ। ਉਹ ਬਿਲਕੁਲ ਬੁਝਾਉਣੀ ਵੀ ਨਹੀਂ ਨਾ ਚਾਹੁੰਦੇ। ਉਹ ਚਾਹੁੰਦੇ ਕਿ ਗਾਂ ਦਾ ਵੀ ਦੇਖਣਾ, ਚੰਗਾੜੀ ਚਾਹੀਦੀ ਆ। ਅਜੇ ਕਾਂਗਰਸ ਨੂੰ ਲੋੜ ਹੈ ਚੰਗਾੜੀ ਦੀ। ਕੈਪਟਨ ਸਾਹਿਬ ਨਾਲ ਕਿੰਨਾ ਲੰਬਾ ਸਮਾਂ ਕੰਮ ਚਲਾਉਣਗੇ, ਜੇ ਦੂਰ ਦੀ ਜੇ ਸੋਚੀ ਜਾਵੇ ਤੇ ਫਿਰ ਤੇ ਕੋਈ ਨਵੇਂ ਲੀਡਰ ਅੱਗੇ ਲੈ ਕੇ ਆਉਣੇ ਪੈਣਗੇ। ਨਵਜੋਤ ਸਿੰਘ ਸਿੱਧੂ ਦੀ ਸਮੱਸਿਆ ਹੈ ਨਾ ਕਿ ਉਹ ਜਿਵੇਂ ਗੱਲ ਕਰ ਰਿਹਾ ਸੀ ਕਿ ਹਾਈ ਕਮਾਂਡ ਨੇ ਕੀ ਸੋਚਣਾ ਹੈ ਤੇ ਉਹਨਾਂ ਲਈ ਕੋਈ ਅਹੁਦਾ ਬਣਾਇਆ ਜਾਵੇ ਜਾਂ ਨਾ ਬਣਾਇਆ ਜਾਵੇ, ਉਹ ਉਸ ਸ਼ਸ਼ੋਪੰਜ ਦੇ ਵਿੱਚ ਨੇ। ਹੁਣ ਕਾਂਗਰਸ ਪ੍ਰਧਾਨ ਬਣ ਕੇ ਕੀ ਜਿਹੜੇ ਮੁੱਦੇ ਉਠਾਉਂਦੇ ਨੇ ਉਹਨਾਂ ਮੁੱਦਿਆਂ ਦਾ ਹੱਲ ਹੋਵੇਗਾ ਕੋਈ? ਉਹ ਮੁੱਦੇ ਕਿੱਦਾਂ ਹੱਲ ਹੋਣਗੇ? ਜੇ ਇਹਨਾਂ ਨੇ ਸੂਚੀ ਆਪਣੇ ਹੱਥ 'ਚ ਰੱਖਣੀ ਹੈ ਕਿ ਕਿਹੜੇ ਬੰਦਿਆਂ ਨੂੰ ਜਿਹੜੇ ਨੇ ਕੈਂਡੀਡੇਟ ਬਣਾਉਣਾ ਅਸੀਂ ਅਸੈਂਬਲੀ ਦੇ ਵਿੱਚ ਤੇ ਜਿਹੜੀਆਂ ਚੋਣਾਂ ਦੇ ਵਿੱਚ ਕੌਣ ਖੜਾ ਹੋਵੇਗਾ ਕਾਂਗਰਸ ਪਾਰਟੀ ਵੱਲੋਂ, ਤੇ ਕੈਪਟਨ ਅਮਰਿੰਦਰ ਸਿੰਘ ਛੱਜੇ ਕੀਤੇ ਹੋਣ ਨਹੀਂ ਦੇਣ ਲੱਗੇ, ਕਿਉਂਕਿ ਉਹਨਾਂ ਦੇ ਆਪਣੇ ਪ੍ਰਸ਼ੰਸਕਾਂ ਦੀ ਤੇ ਆਪਣੇ ਖਾਸ ਬੰਦਿਆਂ ਦੀ ਸੂਚੀ ਇੰਨੀ ਵੱਡੀ ਹੈ। ਨਵਜੋਤ ਸਿੰਘ ਸਿੱਧੂ ਕੋਲ ਤੇ ਸੂਚੀ ਬਣਨੀ ਨਹੀਂ। ਉਹ ਹੁਣ ਸੂਚੀ ਦਾ ਹੀ ਪੰਗਾ। ਕਹਿੰਦੇ ਨੇ ਜਦੋਂ ਇੰਗਲੈਂਡ ਦੇ ਵਿੱਚ ਟੈਸਟ ਸੀਰੀਜ਼ ਹੋ ਰਹੀ ਸੀ ਤੇ ਮੁਹੰਮਦ ਅਜ਼ਹਰਉਦੀਨ ਕਪਤਾਨ ਸਨ, ਜਿਹੜੀ ਸਵੇਰ ਨੂੰ ਸੂਚੀ ਲੱਗਦੀ ਹੈ ਸ਼ਾਮ ਨੂੰ ਟੀਮ ਮੀਟਿੰਗ ਦੇ ਵਿੱਚ ਨਵਜੋਤ ਸਿੱਧੂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਕੱਲ ਨੂੰ ਖੇਡਣਾ ਹੈ, ਤੇ ਜਿਹੜੀ ਅਗਲੇ ਦਿਨ ਸੂਚੀ ਲੱਗੀ ਹੈ ਡਰੈਸਿੰਗ ਰੂਮ ਦੇ ਬਾਹਰ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਸੀ ਤੇ ਇਹ ਤਿਆਰ ਹੋ ਕੇ ਬੈਠੇ ਸੀ ਕਿ ਮੈਂ ਅੱਜ ਖੇਡਣਾ, ਤੇ ਨਾਰਾਜ਼ ਹੋ ਕੇ ਉੱਥੋਂ ਹੀ ਵਾਪਸ ਆ ਗਿਆ ਸੀ ਟੂਰ ਤੋਂ। ਇਹ ਗੱਲ ਇਹਨਾਂ ਦੇ ਖਿਲਾਫ ਗਏ ਸੀ, ਭਾਵੇਂ ਬਾਅਦ ਵਿੱਚ ਖੇਡਦੇ ਰਹੇ ਨੇ। ਇਹ ਸਾਰੀਆਂ ਗੱਲਾਂ ਨੇ। ਇਸ ਤਰ੍ਹਾਂ ਇਹ ਨਾਰਾਜ਼ਗੀ ਫਿਰ ਹੋਰ ਅੱਗੇ ਵਧੇਗੀ ਜੇ ਉਹਨਾਂ ਨੂੰ ਕਾਂਗਰਸ ਪ੍ਰਧਾਨ ਬਣਾਉਂਦੇ ਨੇ ਤੇ ਖਲਾਰਾ ਜ਼ਿਆਦਾ ਪਏਗਾ, ਪਰ ਓਵਰਆਲ ਕਾਂਗਰਸ ਨੂੰ ਫਾਇਦਾ ਥੋੜਾ ਬਹੁਤਾ ਹੋ ਸਕਦਾ ਹੈ, ਕਿਉਂਕਿ ਇੱਕ ਜਨਰਲ ਫੀਲਿੰਗ ਜਿਹੜੀ ਸਿੱਧੂ ਦੀ ਆਪਣੀ ਇੱਕ ਫੋਲੋਇੰਗ ਹੈ ਜਾਂ ਲੋਕ ਜਿਹੜੇ ਆਮ ਸੋਚਦੇ ਨੇ ਉਸ ਨਾਲ ਹੋ ਸਕਦਾ। ਪਰ ਕਾਂਗਰਸ ਹਾਈ ਕਮਾਂਡ ਦੀ ਜਿੱਥੇ ਤੱਕ ਗੱਲ ਹੈ, ਪ੍ਰਸ਼ਾਂਤ ਕਿਸ਼ੋਰ ਇਸ ਵੇਲੇ ਸਾਰਾ ਕੁਝ ਉਹਨਾਂ ਦੇ ਦੁਆਲੇ ਘੁੰਮ ਰਿਹਾ।
ਕਹਿੰਦੇ ਨੇ ਕਿ ਪ੍ਰਿਯੰਕਾ ਗਾਂਧੀ ਨੇ ਕਿਸੇ ਖਾਸ ਮਕਸਦ ਵਾਸਤੇ ਯੂਪੀ ਜਾਣਾ ਸੀ, ਪਰ ਉਹਨਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਜੀ ਨੇ ਪੀਕੇ ਜੀ ਨੇ ਆਉਣਾ ਸੀ ਤੇ ਉਹਨਾਂ ਨਾਲ ਲੰਬੀ ਚੌੜੀ ਮੀਟਿੰਗ ਹੋਣੀ ਸੀ ਜੀ। ਪ੍ਰਸ਼ਾਂਤ ਕਿਸ਼ੋਰ ਨੂੰ ਇਸ ਵੇਲੇ ਸਭ ਕੁਝ ਸਮਝਿਆ ਜਾ ਰਿਹਾ ਹੈ ਤੇ ਜੇ ਨਵਜੋਤ ਸਿੰਘ ਸਿੱਧੂ ਵੀ ਬੋਲ ਰਹੇ ਨੇ ਤੇ ਲੈ ਕੇ ਵੀ ਉਹਨਾਂ ਨੂੰ ਉਹ ਆਏ ਸੀ ਤੇ ਰਾਹੁਲ ਗਾਂਧੀ ਨੂੰ ਵੀ ਮਿਲੇ ਤੇ ਅਜੇ ਤੱਕ ਕੋਈ ਕਾਰਨ ਦੱਸੋ, ਨੋਟਿਸ ਜਾਂ ਕੋਈ ਸਿੱਧੂ ਨੂੰ ਕੋਈ ਇਸ ਤਰ੍ਹਾਂ ਦਾ ਜਾਂ ਪਾਰਟੀ ਵਿਰੋਧੀ ਗਤੀਵਿਧੀਆਂ ਜਿਹੜੇ ਅੱਜ ਤੱਕ ਲਫ਼ਜ਼ ਅਸੀਂ ਸੁਣਦੇ ਆਏ ਆ, ਹੁਣ ਤੇ ਸਿੱਧੂ ਦੇ ਖਿਲਾਫ ਤੇ ਅਸੀਂ ਇੱਕ ਵਾਰੀ ਵੀ ਲਫ਼ਜ਼ ਸੁਣਿਆ ਨਹੀਂ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੀ ਕੋਈ ਇੱਕ ਅੱਧੇ ਆਗੂ ਨੇ ਗੱਲ ਸ਼ਾਇਦ ਕੀਤੀ ਹੋਵੇ ਕਿ ਸਿੱਧੂ ਨੂੰ ਬਾਹਰ ਕੱਢ ਦਿਓ, ਇਹ ਪਾਰਟੀ ਦੇ ਅਨੁਸ਼ਾਸਨ ਭੰਗ ਕਰ ਰਿਹਾ, ਕੋਈ ਬਹੁਤਾ ਬੋਲਿਆ ਨਹੀਂ ਤੇ ਨਾ ਉਹਦੀ ਗੱਲ ਤੋਂ ਕੋਈ ਬਹੁਤਾ ਵਜਨ ਉਹਨਾਂ ਨੂੰ ਮਿਲਿਆ। ਹੁਣ ਪ੍ਰਸ਼ਾਂਤ ਕਿਸ਼ੋਰ ਹੀ ਸਾਰੀਆਂ ਚਾਲਾਂ ਚੱਲਣਗੇ, ਸਾਰੀਆਂ ਗੋਟੀਆਂ ਉਹਨਾਂ ਦੇ ਹੱਥ ਵਿੱਚ। ਸੋ ਉਹਨਾਂ ਨੇ ਹੀ ਫੈਸਲਾ ਕਰਨਾ ਹੈ ਕਿ ਨਵਜੋਤ ਸਿੰਘ ਸਿੱਧੂ ਲਈ ਕਿਹੜਾ ਰੋਲ ਹੋਵੇ ਜਾਂ ਕਿਹੜਾ ਨਾ ਹੋਵੇ। ਪਰ ਪ੍ਰਸ਼ਾਂਤ ਕਿਸ਼ੋਰ ਆਪਣੀ ਟੀਮ ਇੱਥੇ ਭੇਜ ਚੁੱਕੇ ਨੇ। ਪੰਜਾਬ ਦੇ ਵਿੱਚ ਕੋ ਗਾਂਹ ਵੱਧ ਕੇ ਉਹਨਾਂ ਨੇ ਅਜੇ ਤੱਕ ਕੋਈ ਇਦਾਂ ਦਾ ਰੰਗ ਵਿਖਾਇਆ ਨਹੀਂ। ਉਹਨਾਂ ਨੇ ਕਿਹਾ ਹੋਇਆ ਸੀ ਵੈਸੇ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਕਿ ਮੇਰਾ ਆਖਰੀ ਇਹ ਕੰਮ ਹੋਵੇਗਾ ਤੇ ਨਾਲ ਉੱਥੇ ਉਹਨਾਂ ਨੇ ਇਹ ਚੈਲੰਜ ਕੀਤਾ ਹੋਇਆ ਸੀ ਕਿ ਭਾਜਪਾ 100 ਤੋਂ ਵੱਧ ਸੀਟਾਂ ਨਹੀਂ ਲਵੇਗੀ, ਜੇ ਲਵੇਗੀ ਬੰਗਾਲ ਦੇ ਵਿੱਚ ਤਾਂ ਮੈਂ ਆਪਣਾ ਕੰਮ ਛੱਡ ਦਿਆਂਗਾ ਸਾਰੀ ਜ਼ਿੰਦਗੀ ਲਈ। ਉਹ ਕੰਮ ਉਹਨਾਂ ਨੇ ਛੱਡਣ ਦਾ ਐਲਾਨ ਕਰ ਦਿੱਤਾ ਹੈ, ਪਰ ਪੰਜਾਬ ਦੇ ਵਿੱਚ ਅਜੇ ਤੱਕ ਉਹਨਾਂ ਨੇ ਕਿਤੇ ਵੀ ਕੋਈ ਇਹੋ ਜਿਹਾ ਚੈਲੰਜ ਕੀਤਾ ਨਹੀਂ। ਨਾਲ ਦੀ ਨਾਲ ਉਹ ਤੀਜੇ ਮੁਹਾਜ਼ ਤੇ ਵੀ ਕੰਮ ਕਰ ਰਹੇ ਨੇ। ਸ਼ਰਦ ਪਵਾਰ, ਮਮਤਾ ਬੈਨਰਜੀ ਐਂਡ ਕੰਪਨੀ ਸਾਰਾ ਕੁਝ ਉਹ ਇਕੱਠਾ ਕਰਨ ਦਾ ਯਤਨ ਕਰ ਰਹੇ ਨੇ ਤੇ ਉਹਨਾਂ ਵਿੱਚੋਂ ਇੱਕ ਤੀਜਾ ਜਾਂ ਚੌਥਾ ਫਰੰਟ ਲੱਭਣ ਦੀ ਤਿਆਰੀ ਕਰ ਰਹੇ ਨੇ ਜਿਹੜਾ ਭਾਜਪਾ ਨੂੰ ਕੇਂਦਰ 'ਚ ਟੱਕਰ ਦੇ ਸਕੇ। ਉਹਨਾਂ ਦੇ ਵੱਡੇ ਏਜੰਡੇ ਤੇ ਉਹੀ ਗੱਲ ਹੈ, ਛੋਟੇ ਏਜੰਡੇ ਤੇ ਪੰਜਾਬ ਇਸ ਵੇਲੇ ਜ਼ਰੂਰ ਹੈ। ਇੱਕ ਇਹਦੇ 'ਚ ਗੱਲ ਹੋਰ ਵੀ ਐਡ ਕਰਨੀ ਬਣਦੀ ਹੈ ਕੁਲਦੀਪ ਜੀ, ਤੁਸੀਂ ਮੈਨੂੰ ਲੱਗਦਾ ਸਹਿਮਤ ਹੋਵੋਗੇ ਇਸ ਗੱਲ ਨਾਲ। ਪ੍ਰਸ਼ਾਂਤ ਕਿਸ਼ੋਰ ਕੁਝ ਸਮੇਂ ਲਈ 2 ਮਹੀਨਿਆਂ ਲਈ ਘੱਟੋ ਘੱਟ ਇਦਾਂ ਦਾ ਜੇ ਰੌਲਾ ਪਾਉਣ ਦੇ ਵਿੱਚ ਸਫਲ ਹੋ ਜਾਂਦੇ ਆ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਤੇ ਪੰਜਾਬ ਦੇ ਵਿੱਚ ਨੈਸ਼ਨਲ ਮੀਡੀਆ ਬਹੁਤਾ ਇਨਫਲੂਐਂਸ ਨਹੀਂ ਹੈਗਾ। ਇੱਥੇ ਲੋਕਲ ਗੱਲਬਾਤ ਜਿਹੜੀ ਪੰਜਾਬ ਦੀ ਸਿਆਸਤ ਦੀ ਆ ਉਹ ਇੱਥੇ ਹੁੰਦੀ ਆ। ਇੱਥੇ ਇਹੀ ਮੁੱਦਾ ਜੇ 2 ਮਹੀਨੇ ਬਣਿਆ ਰਵੇ ਤੇ ਲੋਕਾਂ ਨੂੰ ਫਿਰ 2 ਮਹੀਨੇ ਜਾਂ ਕੁਝ ਸਮੇਂ ਤੱਕ ਇਸ ਗੱਲ ਲਈ ਸਹਿਮਤ ਕਰ ਲਿਆ ਜਾਵੇ ਕਿ ਹੁਣ ਪਿਛਲੀ ਵਾਰ ਜੋ ਨਹੀਂ ਹੋਇਆ ਅਸੀਂ ਅਗਲੀ ਵਾਰ ਕਰ ਦਿਆਂਗੇ ਤੇ ਉਹਦੇ 'ਚ ਜਿਹੜੀਆਂ ਬਾਕੀ 2 ਸਿਆਸੀ ਧਿਰਾਂ ਆ ਉਹ ਥੋੜ੍ਹੀਆਂ ਜਿਹੀਆਂ ਥੱਲੇ ਰਹਿ ਜਾਣਗੀਆਂ ਕਿਉਂਕਿ ਉਹ ਪਹਿਲਾਂ ਵੀ ਕੁਛ ਹੱਦ ਤੱਕ ਥੱਲੇ ਨੇ। ਬਿਲਕੁਲ। ਤਾਂ ਹੋ ਸਕਦਾ ਹੈ ਕਿ ਜਿਹੜੀ ਇਹਨਾਂ ਦੀ ਇੱਕ ਸਟ੍ਰੈਟਜੀ ਆ ਉਹਦਾ ਹਿੱਸਾ ਹੀ ਹੋਵੇ। ਜਿੱਦਾਂ ਕੁਲਦੀਪ ਜੀ ਨੇ ਦੱਸਿਆ ਕਿ ਕੈਪਟਨ ਸਿੱਧੂ ਦੇ ਖਿਲਾਫ ਕਦੀ ਬਹੁਤਾ ਨਹੀਂ ਬੋਲੇ ਤੇ ਸਿੱਧੂ ਨੇ ਗੱਲਾਂ ਜ਼ਰੂਰ ਕੀਤੀਆਂ ਪਰ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਉਹਨੂੰ ਬਾਹਰ ਕੱਢ ਦਿਓ ਜਾਂ ਮੈਨੂੰ ਬਾਹਰ ਕੱਢ ਲਿਓ। ਗੱਲਾਂ ਸਿਰਫ ਮੁੱਦਿਆਂ ਦੀਆਂ ਹੋ ਰਹੀਆਂ। ਹੋ ਸਕਦਾ ਅੰਤ ਦੇ ਵਿੱਚ ਜਾ ਕੇ ਫਿਰ ਉਸ ਗੱਲ ਤੇ ਆ ਜਾਣ ਕਿ ਪਿਛਲੀ ਵਾਰ ਜੋ ਹੋਇਆ ਉਹਦੇ 'ਚ ਕਰੋਨਾ ਦਾ ਵੀ ਕੁਝ ਕਾਰਨ ਆ ਤੇ ਕੁਝ ਹੋਰ ਕਾਰਨ ਜੋੜ ਲੈ ਜਾਣ ਤੇ ਬਾਅਦ ਵਿੱਚ ਇਸ ਗੱਲ ਦੇ ਉੱਤੇ ਲੈ ਆਂਦਾ ਜਾਵੇ ਕਿ ਹੁਣ ਸਾਨੂੰ ਮੌਕਾ ਦੇ ਦਿਓ ਤੇ ਅਸੀਂ ਇਹ ਸਾਰੇ ਜਿਹੜੇ ਮੁੱਦੇ ਨੇ ਉਹ ਹੱਲ ਕਰ ਦਿਆਂਗੇ, ਅਸੀਂ ਇਹਦਾ ਪਲਾਨ ਬਣਾ ਲਿਆ। ਜੀ ਸ਼ਰਮਾ ਜੀ, ਪੰਜਾਬ ਦੇ ਵਿੱਚ ਇੱਕ ਹੋਰ ਸਿਆਸੀ ਮੋਰਚਾ ਖੁੱਲ ਗਿਆ, ਰਾਜਾ ਵੜਿੰਗ ਬਨਾਮ ਮਨਪ੍ਰੀਤ ਬਾਦਲ। ਇਹ ਕਿਹੜੀ ਖੁੱਡ ਚੋਂ ਨਿਕਲ ਆਏ ਨੇ ਹੁਣ? ਦੇਖੋ, ਜੇ ਅਸੀਂ ਇਹਨੂੰ ਉਸੇ ਗੱਲ ਨਾਲ ਜੋੜ ਕੇ ਦੇਖੀਏ ਜਿਹੜੀ ਅਸੀਂ ਹੁਣੇ ਗੱਲ ਕਰ ਰਹੇ ਸੀ ਤੇ ਰਾਜਾ ਵੜਿੰਗ ਵੀ ਕੇਂਦਰ ਦੀ ਬਹੁਤ ਨੇੜੇ ਮੰਨੇ ਜਾਂਦੇ ਨੇ। ਯੂਥ ਦੇ ਪ੍ਰਧਾਨ ਰਹੇ ਨੇ ਤੇ ਉੱਥੋਂ ਰਾਹੁਲ ਵਾਲੀ ਟੀਮ ਤੋਂ ਹੀ ਬਣੇ ਨੇ ਤੇ ਉੱਥੋਂ ਹੀ ਇਹਨਾਂ ਨੇ ਵਿਧਾਇਕ ਬਣੇ ਦੂਜੀ ਵਾਰ। ਇੱਥੇ ਜਦੋਂ ਪਿਛਲੀ ਵਾਰ ਲੋਕ ਸਭਾ ਦੀਆਂ ਇਲੈਕਸ਼ਨ ਸੀ ਤੇ ਉਦੋਂ ਵੀ ਇਸੇ ਜਿਹੜਾ ਮੁੱਦਾ ਸੀ ਬਹੁਤ ਗਰਮ ਰਿਹਾ ਸੀ। ਵੜਿੰਗ ਦਾ ਰੌਲਾ ਸੀਗਾ ਕਿ ਉਹਨਾਂ ਦਾ ਸਾਥ ਮਨਪ੍ਰੀਤ ਨੇ ਨਹੀਂ ਦਿੱਤਾ ਤੇ ਮਨਪ੍ਰੀਤ ਨੂੰ ਰੌਲਾ ਸੀਗਾ ਕਿ ਵੜਿੰਗ ਨੇ ਮੇਰਾ ਸਾਥ ਨਹੀਂ ਦਿੱਤਾ। ਇੱਥੇ ਦੂਸਰੀ ਪਾਰਟੀ ਜਿਹੜੇ ਹੁਣ ਇਹਨਾਂ 'ਚ ਰਲ ਗਏ ਨੇ ਜਾ ਕੇ ਖਹਿਰਾ ਸਾਹਿਬ, ਉਹਨਾਂ ਨੇ ਵੀ ਕਿਹਾ ਸੀਗਾ ਕਿ ਤੇ ਸਿੱਧੂ ਨੇ ਇੱਥੇ ਹੀ ਇਸੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਰੌਲਾ ਪਾਇਆ ਸੀਗਾ ਕਿ ਜਿਹੜੀ ਹੈਗੀ ਆ ਖੇਲ ਜਿਹੜੀ ਆ ਰਲ ਮਿਲ ਕੇ ਖੇਲੀ ਜਾ ਰਹੀ ਹੈ। ਹੁਣ ਜਦੋਂ ਰਾਜਾ ਵੜਿੰਗ ਨੇ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਆ, ਮਨਪ੍ਰੀਤ ਬਾਦਲ ਦੇ ਇੱਕ ਰਿਸ਼ਤੇਦਾਰ ਨੇ ਜੋ ਸਿੰਘ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਵੜਿੰਗ ਸਾਹਿਬ ਨੇ ਉਹ ਰੇਤਾ ਦੇ ਜਾਂ ਮਾਈਨਿੰਗ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਵੜਿੰਗ ਸਾਹਿਬ ਨੇ ਕਹਿ ਦਿੱਤਾ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਪਿੱਛੋਂ ਅਕਾਲੀ ਨੇ ਤੇ ਉਹ ਅਕਾਲੀਆਂ ਨੂੰ ਗੱਫੇ ਦੇ ਰਹੇ ਨੇ। ਤੇ ਇੱਕ ਹੋਰ ਅਖਬਾਰ ਦੀ ਅੱਜ ਸੁਰਖੀ ਸੀ ਕਿ 32-33 ਕਰੋੜ ਰੁਪਈਆ ਪੰਜਾਬ ਵਿਕਾਸ ਫੰਡ ਦਾ ਮਨਪ੍ਰੀਤ ਬਾਦਲ ਨੇ ਸਿਰਫ ਔਰ ਸਿਰਫ ਬਠਿੰਡੇ 'ਚ ਹੀ ਖਰਚਿਆ, ਹੋਰ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਉਹਨਾਂ ਦਾ ਜ਼ਿਕਰ ਵੀ ਨਹੀਂ ਹੋਇਆ। ਸੋ ਇਸ ਮੁਹਾਜ਼ ਨੂੰ ਖੋਲਣ ਦੇ ਵਿੱਚ ਵੀ ਜੇ ਲੰਬੇ ਦੂਰ ਤੱਕ ਦੇਖੀਏ ਤਾਂ ਹੋ ਸਕਦਾ ਮਨਪ੍ਰੀਤ ਬਾਦਲ ਨੂੰ ਕਮਜ਼ੋਰ ਕਰਨ ਦੀ ਹੀ ਕੋਸ਼ਿਸ਼ ਹੋਵੇ। ਇਹਦੇ ਵਿੱਚ ਮੈਂ ਇੱਕ ਚੀਜ਼ ਜੋੜਨੀ ਚਾਹਾਂਗਾ। ਮਨਪ੍ਰੀਤ ਬਾਦਲ ਤੇ ਅਮਰਿੰਦਰ ਗਿੱਲ ਦਾ ਰਾਜਾ ਵੜਿੰਗ ਦਾ, ਅਮਰਿੰਦਰ ਗਿੱਲ ਨਹੀਂ, ਰਾਜਾ ਵੜਿੰਗ ਦਾ ਪੁਰਾਣਾ 36 ਸੰਕੜਾ ਉਹ ਇਸ ਕਰਕੇ ਕਿਉਂਕਿ ਜਦੋਂ ਅਕਾਲੀ ਦਲ ਬਾਦਲ ਦੇ ਵਿੱਚ ਮਨਪ੍ਰੀਤ ਬਾਦਲ ਹੋਇਆ ਕਰਦੇ ਸੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ, PPP ਬਣਾ ਲਈ, ਪੰਜਾਬ ਪੀਪਲ ਪਾਰਟੀ। ਉਸ ਵਿੱਚ ਭਗਵੰਤ ਮਾਨ ਵੀ ਸੀ ਔਰ ਹੋਰ ਵੀ ਕਈ ਲੋਕਾਂ ਨੂੰ ਜੋੜ ਕੇ ਤੇ ਬੜਾ ਲੋਕਾਂ ਦੇ ਵਿੱਚ ਇੱਕ ਜਜ਼ਬਾ ਜਿਹਾ ਪੈਦਾ ਕੀਤਾ, ਵਿਦੇਸ਼ ਦੇ ਟੂਰ ਲਾਏ, ਸਾਰਾ ਕੁਝ ਕੀਤਾ ਤੇ ਅਕਾਲੀ ਦਲ ਨੂੰ ਫਿਕਰ ਪੈ ਗਿਆ ਸੀ ਵੀ ਕਿ ਸਾਨੂੰ ਨੁਕਸਾਨ ਹੋਵੇਗਾ ਇਸ ਦਾ। ਬਿਲਕੁਲ। ਮਨਪ੍ਰੀਤ ਬਾਦਲ ਨੇ ਚੋਣਾਂ ਲੜੀਆਂ PPP ਦੇ ਬੈਨਰ ਹੇਠ, ਸਾਰੇ ਉਮੀਦਵਾਰ ਹਾਰ ਗਏ, ਮਨਪ੍ਰੀਤ ਬਾਦਲ ਖੁਦ ਵੀ ਹਾਰ ਗਏ ਤੇ ਉਹਨਾਂ ਨੂੰ ਹਰਾਉਣ ਵਾਲੇ ਕੌਣ ਸਨ? ਰਾਜਾ ਵੜਿੰਗ। ਤੇ ਰਾਜਾ ਵੜਿੰਗ ਜਦੋਂ ਵਿਧਾਨ ਸਭਾ 'ਚ ਪਹੁੰਚਦੇ ਨੇ ਤੇ ਬਾਦਲ ਸਾਹਿਬ ਨੇ ਕਿਹਾ, ਕਾਕਾ ਤੂੰ ਬਹੁਤ ਵਧੀਆ ਕੰਮ ਕੀਤਾ ਬਈ, ਤੂੰ ਬਹੁਤ ਵੱਡਾ ਥੰਮ ਨੂੰ ਜਿਹੜਾ ਸਿੱਟਿਆ ਤੇ ਤੈਨੂੰ ਅੱਜ ਤੋਂ ਲੈ ਕੇ ਤੈਨੂੰ ਬਲੈਕ ਚੈੱਕ ਆ, ਜਿੰਨੇ ਮਰਜ਼ੀ ਪੈਸੇ ਤੈਨੂੰ ਚਾਹੀਦੇ ਸਰਕਾਰ ਤੋਂ ਲੈ ਤੇ ਲਾ ਦੇ ਜਿੱਥੇ ਲਾਉਣੇ ਨੇ। ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਸੀ
ਤੇ ਰਾਜਾ ਵੜਿੰਗ ਨੇ ਅੱਗੋਂ ਹੱਥ ਜੋੜ ਦਿੱਤੇ ਸੀ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪੁਰਾਣੀ ਇੱਕ ਰੰਜਿਸ਼ ਜਾਂ ਇੱਕ ਖਿੱਚੋਤਾਣ ਹੈ। ਹੁਣ ਰਾਜਾ ਵੜਿੰਗ ਇਹ ਵੀ ਸੋਚਦੇ ਨੇ ਕਿ ਮੈਂ ਪੁਰਾਣਾ ਕਾਂਗਰਸੀ ਲੰਬੇ ਸਮੇਂ ਤੋਂ ਲਗਾਤਾਰ, ਤੇ ਇਹ ਅਕਾਲੀ ਦਲ ਚੋਂ ਆ ਕੇ ਪਹਿਲਾ ਮੰਤਰੀ ਬਣ ਗਏ ਨੇ ਤੇ ਮੈਂ ਅੱਜ ਫੇਰ ਵਿਧਾਇਕ ਦਾ ਵਿਧਾਇਕ ਹਾਂ। ਇਸ ਕਰਕੇ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਸ ਲੈਵਲ ਤੋਂ ਉਪਜੀਆਂ ਹੋਈਆਂ ਨੇ, ਉਹ ਗਾਂ ਵਧਦੀਆਂ ਜਾ ਰਹੀਆਂ ਨੇ, ਪਾੜਾ ਵੱਧਦਾ ਜਾਵੇਗਾ ਜੀ। ਐਕਸਪਰਟਸ ਦੇ ਨਾਲ ਹੋਰ ਵੀ ਮੁੱਦਿਆਂ ਤੇ ਚਰਚਾ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪੰਜਾਬ ਦੇ ਵਿੱਚ ਅੱਜ ਕੱਲ ਇੱਕ ਹੋਰ ਕੇਸ ਬੜੀ ਚਰਚਾ 'ਚ ਆ, ਸਿਮਰਜੀਤ ਬੈਂਸ ਦਾ ਕੇਸ। ਉਹਦੇ ਵਿੱਚ ਕੀ ਰੌਲਾ ਗੋਲਾ ਪੈ ਰਿਹਾ ਅੱਜ ਕੱਲ? ਦੇਖੋ, ਸਿਮਰਜੀਤ ਬੈਂਸ ਆਜ਼ਾਦ ਇੱਕ ਆਪਣੀ ਪਾਰਟੀ ਲੈ ਕੇ ਪਹਿਲਾਂ ਆਜ਼ਾਦ ਬਣੇ ਸੀ, ਬਾਅਦ ਵਿੱਚ ਉਹਨਾਂ ਨੇ ਇੱਕ ਪਾਰਟੀ ਬਣਾਈ ਤੇ ਉਹਦੇ ਬੈਨਰ ਥੱਲੇ ਉਹਨਾਂ ਨੇ ਚੋਣਾਂ ਲੜੀਆਂ ਤੇ ਦੋਨੋਂ ਭਰਾ ਜਿਹੜੇ ਉਹ ਵਿਧਾਇਕ ਬਣੇ ਜੀ। ਉਹ ਵੀ ਅਕਾਲੀ ਦਲ ਤੋਂ ਆਏ ਹੋਏ ਨੇ। ਬਾਅਦ ਵਿੱਚ ਉਹਨਾਂ ਦੇ ਇੱਕ ਕੇਸ ਪਿਆ ਸੀ ਤਹਿਸੀਲਦਾਰ ਨਾਲ ਲੜਾਈ ਝਗੜੇ ਦਾ, ਫਿਰ ਉਹਨਾਂ ਨੇ ਪਾਰਟੀ ਛੱਡੀ। ਫਿਰ ਉਹਨਾਂ ਨੇ ਵੱਡੇ ਲੀਡਰ ਸੀ ਉੱਥੋਂ ਦੇ ਅਕਾਲੀ ਦਲ ਦੇ ਜਿਨ੍ਹਾਂ ਨੂੰ ਹਰਾਇਆ, ਉਹ ਜੇਲ੍ਹ ਮੰਤਰੀ ਵੀ ਸੀ, ਹੀਰਾ ਸਿੰਘ ਗਾਬੜੀਆ। ਉਸ ਤੋਂ ਬਾਅਦ ਉਹ ਆਪਣੀ ਚਰਚਾ 'ਚ ਰਹੇ ਨੇ, ਉੱਥੋਂ ਬਿਜ਼ਨਸ ਵੀ ਕਰਦੇ ਨੇ ਤੇ ਉਹਨਾਂ ਦਾ ਇੱਕ ਜਿਹੜਾ ਚੰਗਾ ਕੰਮ ਇਹ ਆ ਕਿ ਲੋਕਾਂ ਦੇ ਵਿੱਚ ਵਿਚਰਦੇ ਨੇ ਆਪਣਾ, ਕਿਉਂਕਿ ਸ਼ਹਿਰੀ ਹਲਕਾ ਆ, ਚਾਹੇ ਛੋਟਾ ਆ ਚਾਹੇ ਵੱਡਾ ਆ, ਉੱਥੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਜ਼ਰੂਰ ਸੁਣਦੇ ਨੇ। ਸਾਨੂੰ ਵੀ ਇੱਕ ਅੱਧੀ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਇਸ ਕੰਮ ਲਈ ਜ਼ਰੂਰ ਜਾਣੇ ਜਾਂਦੇ ਨੇ ਕਿ ਉਹ ਲੋਕਾਂ ਦੇ ਵਿੱਚ ਰਹਿੰਦੇ ਨੇ ਤੇ ਲੋਕਾਂ ਦੀ ਜਿਹੜੀ ਸਮੱਸਿਆ ਆ ਉਹਨੂੰ ਸੁਣਦੇ ਨੇ। ਇਸੇ ਕਰਕੇ ਸ਼ਾਇਦ ਉਹ ਪਹਿਲਾਂ ਕਾਉਂਸਲਰ ਵੀ ਬਣਦੇ ਰਹੇ ਤੇ ਬਾਅਦ ਵਿੱਚ ਉਹ ਵਿਧਾਇਕ ਵੀ ਬਣੇ। ਮੇਰੇ ਖਿਆਲ ਦੂਸਰੀ ਵਾਰ ਲਗਾਤਾਰ ਉਹ ਵਿਧਾਇਕ ਨੇ ਜੀ। ਉਹਨਾਂ ਤੇ ਇੱਕ ਪਰਚਾ ਦਰਜ ਕਰਨ ਦੀ ਗੱਲ ਹੋ ਰਹੀ ਆ। ਉਹ ਤੇ ਕਹਿ ਰਹੇ ਨੇ ਕਿ ਸਿਆਸੀ ਤੌਰ ਤੇ ਪਰਚਾ ਆ, ਪਰ ਜਿਵੇਂ ਦੀਆਂ ਗੱਲਾਂ ਹੋਈਆਂ ਤੇ ਲੋਅਰ ਕੋਰਟ ਨੇ ਜੋ ਕਿਹਾ ਕਿ ਇਹਨਾਂ ਤੇ ਜਿਹੜੀ FIR ਦਰਜ ਕੀਤੀ ਜਾਵੇ। ਰੇਪ ਦਾ ਕੇਸ ਆ, ਨਾਲ 6 ਬੰਦਿਆਂ ਦੇ ਹੋਰ ਵੀ ਨਾਮ ਨੇ ਸ਼ਾਇਦ। ਫਿਰ ਉਹਨਾਂ ਨੇ ਉਹਦੇ ਖਿਲਾਫ ਹਾਈ ਕੋਰਟ 'ਚ ਰਿਟ ਪਾਈ ਸੀ ਕਿ ਮੈਨੂੰ ਇਹ ਸਿਆਸੀ ਆ ਜਾਂ ਰੰਜਿਸ਼ਨ ਆ ਤੇ ਉਹਦੇ ਤੋਂ ਮੈਨੂੰ ਜਿਹੜੀ ਛੁੱਟੀ ਦਿੱਤੀ ਜਾਵੇ। ਪਰ ਕੋਰਟ ਦਾ ਜਿਹੜਾ ਉੱਥੇ ਟਿੱਪਣੀ ਆ ਉਹ ਤਲਖ ਆ। ਕੋਰਟ ਨੇ ਕਿਹਾ ਕਿਉਂ ਨਾ ਤੁਹਾਡੀ ਤੁਸੀਂ ਜਿਹੜੀ ਅਪੀਲ ਪਾਈ ਆ ਉਹਨੂੰ ਰੱਦ ਕਰ ਦਿੱਤਾ ਜਾਵੇ ਤੇ ਤੁਹਾਡੇ ਤੇ ਜਿਹੜਾ ਕੇਸ ਆ ਉਹ ਚੱਲੇ। ਇਹ ਕੇਸ ਦੇ ਵਿੱਚ ਕੀ ਹੈ ਕੀ ਨਹੀਂ, ਜਦੋਂ ਜਾਂਚ ਹੋਵੇਗੀ, ਕੋਰਟ ਦਾ ਮਸਲਾ ਆ, ਉਹਨੂੰ ਬਾਅਦ ਵਿੱਚ ਦੇਖਿਆ ਜਾਵੇਗਾ। ਜਿੱਦਾਂ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਉਹਦੇ ਲਈ ਉਹਨੂੰ ਸਾਰੀ ਘਟਨਾਕ੍ਰਮ ਨੂੰ ਇੱਕ ਵਾਰ ਦੇਖਣ ਤੋਂ ਇਹ ਵੀ ਹੋ ਸਕਦਾ ਜਾਂ ਇੰਜ ਵੀ ਲੱਗਦਾ ਆ, ਇੱਦਾਂ ਕਿਹਾ ਜਾ ਰਿਹਾ ਕਿ ਇਹ ਵਾਕਿਆ ਹੀ ਸਿਆਸਤ ਤੋਂ ਪ੍ਰੇਰਿਤ ਕੇਸ ਹੋ ਸਕਦਾ। ਕਿਉਂਕਿ ਜਿੰਨੇ ਤਕੜੇ ਤਰੀਕੇ ਨਾਲ ਜਾਂ ਜਿੰਨੇ ਮੁਖਰ ਹੋ ਕੇ, ਜਿੰਨੇ ਪ੍ਰਖਰ ਹੋ ਕੇ ਉਹ ਲੋਕਾਂ 'ਚ ਵਿਚਰਦੇ ਨੇ, ਚਾਹੇ ਉਹ ਕਿਸੇ DC ਨੂੰ ਮਿਲਣਾ ਹੋਵੇ, ਚਾਹੇ ਉਹ ਪਟਵਾਰੀਆਂ ਦੀ ਰਿਸ਼ਵਤ ਹੋਵੇ। ਬੀਤੇ ਦਿਨੀ ਉਹਨਾਂ ਨੇ ਇੱਕ ਵੱਡੇ ਅਕਾਲੀ ਦਲ ਦੇ ਲੀਡਰ ਦੇ ਨਾਲ ਵੀ ਇੱਕ ਲੜਾਈ ਝਗੜੇ ਦੇ ਵਿੱਚ ਵੀ ਉਹ ਸਾਹਮਣੇ ਆਏ। ਬਹੁਤ ਗੁੱਸੇ 'ਚ ਵੀ ਆ ਜਾਂਦੇ ਨੇ ਤੇ ਹੋਰ ਤਰੀਕੇ ਦੇ ਨਾਲ ਪੇਸ਼ ਆਉਂਦੇ ਨੇ। ਆਮ ਤੌਰ ਤੇ ਜਿਹੜੇ ਜਨ ਪ੍ਰਤੀਨਿਧੀ ਨੇ ਉਹ ਇਦਾਂ ਦੇ ਕੰਮ ਕਰਦੇ ਨੇ ਜਿੰਨੇ ਉਹ ਗੁੱਸੇ ਵਿੱਚ ਹੋ ਕੇ ਆਪਣੀ ਗੱਲ ਸਾਹਮਣੇ ਰੱਖਦੇ ਨੇ ਤੇ ਜੱਟਾਂ ਵਾਲਾ ਦਬਕਾ ਵੀ ਮਾਰਦੇ ਨੇ। ਹੁਣ ਉਸ ਕੇਸ ਦੇ ਵਿੱਚ ਲੈ ਕੇ ਉਹਨਾਂ ਨੇ ਜੋ ਰੱਖਿਆ, ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲੀ, ਪਰ ਇਸ ਕੇਸ ਨੂੰ ਸਿਆਸੀ ਤੌਰ ਤੇ ਜ਼ਰੂਰ ਦੇਖਿਆ ਜਾ ਰਿਹਾ ਜੀ। ਕੁਲਦੀਪ ਜੀ, ਜੇ ਗੱਲ ਕਰਦੇ ਆ ਹੁਣ ਸੌਦਾ ਸਾਧ ਦੀ ਤੇ ਕੋਟਕਪੂਰਾ ਗੋਲੀकांड ਮਾਮਲੇ 'ਚ ਜਿਹੜੀ ਜਾਂਚ ਕਰ ਰਹੀ ਸਿੱਟ, ਉਹ ਵੀ ਸੌਦੇ ਸਾਧ ਵੱਲ ਉਂਗਲ ਚੁੱਕ ਰਹੀ ਹੈ। ਸੌਦਾ ਸਾਧ ਬਿਮਾਰ ਆ, ਏਮਜ਼ ਵਿੱਚ ਚਲਾ ਗਿਆ। ਬਾਬੇ ਦੀ ਚਾਲ ਆ ਕਿ ਬਾਬਾ ਸੱਚੀ ਬਿਮਾਰ ਆ? ਅਸਲ ਵਿੱਚ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ SPS ਪਰਮਾਰ ਦੀ ਅਗਵਾਈ ਹੇਠ ਜਿਹੜੀ ਸਿੱਟ ਹੁਣ ਚੱਲ ਰਹੀ ਹੈ, ਉਹਨਾਂ ਨੇ ਚੁੱਪ ਚਪੀਤੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਉਹ ਬਾਬੇ ਦਾ ਨਾਮ ਬਾਹਰ ਕੱਢ ਦਿੱਤਾ ਤੇ ਬਾਕੀ ਡੇਰਾ ਪ੍ਰੇਮੀਆਂ ਦਾ ਰੱਖ ਲਿਆ ਜੀ। ਇਹਦਾ ਮਤਲਬ ਪਹਿਲਾਂ ਉਸਦਾ ਨਾਮ ਆਉਂਦਾ ਸੀ, ਮੁੱਖ ਦੋਸ਼ੀਆਂ ਵਜੋਂ ਉਸਦੀ ਪਛਾਣ ਕੀਤੀ ਗਈ ਤੇ ਉਹ ਜਿਹੜੇ ਉਸ ਚਲਾਨ ਦੇ ਵਿੱਚੋਂ ਉਸਨੂੰ ਹੁਣ ਲਾਂਭੇ ਕਰ ਦੇਣਾ ਜੀ ਕਿਸੇ ਸਿਆਸੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬੜਾ ਸਖਤ ਉਹਨਾਂ ਨੇ ਕਿਹਾ ਕਿ ਸਖਤੀ ਨਾਲ ਕਿ ਇਹ ਗੱਲ ਗਲਤ ਹੈ ਔਰ ਜਿਹੜੀ ਜਾਂਚ ਜਿਸ ਤਰ੍ਹਾਂ ਸਹੀ ਹੋਣੀ ਚਾਹੀਦੀ ਸੀ ਉਹ ਹੋਣੀ ਚਾਹੀਦੀ। ਇਸ ਚੁੱਪ ਚਪੀਤੇ ਚੋਰੀ ਤੇ ਭੇਦ ਭਰੇ ਢੰਗ ਨਾਲ ਉਸਨੂੰ ਬਾਹਰ ਕੱਢਣਾ ਇਹ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਘਾਲਾ ਵਾਲਾ ਚੱਲ ਰਿਹਾ ਜੀ। ਡੇਰਾ ਮੁਖੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸੌਦਾ ਸਾਧ ਦੀ, ਤੇ ਉਸਦਾ ਜੀਵਨ ਹੀ ਘਾਲਿਆਂ ਵਾਲਿਆਂ ਨਾਲ ਭਰਿਆ ਹੋਇਆ। ਹੁਣ ਤੁਸੀਂ ਦੇਖੋ ਕਿ ਜਿੰਨੇ ਉਸਤੇ ਕੇਸ ਪਏ ਨੇ, ਰਾਮਚੰਦਰ ਛਤਰਪਤੀ ਦੇ ਕਤਲ ਦੇ ਕੇਸ ਦਾ ਸਜ਼ਾ ਲਾ ਲਓ, ਸਾਧਵੀਆਂ ਦਾ ਜਿਨਸੀ ਸ਼ੋਸ਼ਣ ਲਾ ਲਓ, ਬਲਾਤਕਾਰ ਦੇ ਕੇਸ ਲਾ ਲਓ, ਸਾਰੇ ਉਸਤੇ ਪਏ ਹੋਏ ਨੇ। ਉਮਰ ਕੈਦ ਤੋਂ ਲੈ ਕੇ 20-20 ਸਾਲ ਤੱਕ ਦੀ ਕੈਦ ਦੇ ਕੇਸ ਉਹ ਭੁਗਤ ਰਿਹਾ ਜੀ। ਸੁਨਾਰੀਆ ਜੇਲ੍ਹ ਦੇ ਵਿੱਚ ਉਸਦਾ ਪੱਕਾ ਅੱਡਾ ਹੈ ਤੇ ਇੰਨੀ ਹਾਈ ਸਿਕਿਉਰਿਟੀ ਦੇ ਵਿੱਚ ਉਹਨੂੰ ਉੱਥੇ ਰੱਖਿਆ ਜਾਂਦਾ ਵੀ ਅੱਜ ਤੱਕ ਅਸੀਂ ਜੇਲ੍ਹ ਦੇ ਵਿੱਚੋਂ ਸ਼ਾਇਦ ਕੋਈ ਇੱਕ ਅੱਧੀ ਫੋਟੋ ਨਿਕਲ ਕੇ ਬਾਹਰ ਆਈ ਹੋਵੇ। ਪਹਿਲਾਂ ਖਬਰਾਂ ਆਈਆਂ ਸੀ ਕਿ ਭਾਰ ਬਹੁਤ ਘਟ ਗਿਆ ਉਹਦਾ, ਬਾਬਾ ਕਮਜ਼ੋਰ ਹੋ ਗਿਆ ਤੇ ਕੰਮ ਕਰਦਾ ਤੇ ਪਹਿਲਾਂ ਰੋਟੀ ਨਹੀਂ ਸੀ ਖਾਂਦਾ। ਪਹਿਲਾਂ ਤੇ ਜਦੋਂ ਹੈਲੀਕਾਪਟਰ ਵਿੱਚ ਲੈ ਕੇ ਗਏ ਤੇ ਮੈਂ ਅੱਜ ਤੇ ਦੇਖੇ ਨਹੀਂ ਵੈਸੇ ਕਿਸੇ ਇਸ ਤਰ੍ਹਾਂ ਕਿਸੇ ਨੂੰ ਸਜ਼ਾ ਯਾਫਤਾ ਮੁਜਰਮ ਨੂੰ ਹੈਲੀਕਾਪਟਰ ਦੇ ਵਿੱਚ ਉਸਦੀ ਮੂੰਹ ਬੋਲੀ ਧੀ ਦੇ ਨਾਲ ਲੈ ਕੇ ਜਾਂਦੇ ਹੋਏ ਜੀ। ਭਾਵੇਂ ਅਧਿਕਾਰੀਆਂ ਤੇ ਗਾਜ ਡਿੱਗੀ ਹੈ ਬਾਅਦ ਵਿੱਚ, ਪਰ ਇਸ ਤਰ੍ਹਾਂ ਦਾ VIP ਟ੍ਰੀਟਮੈਂਟ ਤੇ ਉਹਨੂੰ ਪਹਿਲੇ ਦਿਨ ਤੋਂ ਮਿਲਦਾ ਰਿਹਾ ਜੀ।
ਜਿਨ੍ਹਾਂ ਲੋਕਾਂ ਨੇ ਉਸਦੇ ਕਾਫਲੇ ਦੇਖੇ ਹੋਏ ਨੇ ਉਹ ਜਾਣਦੇ ਹੋਣਗੇ, ਮੈਂ ਵੀ ਦੇਖਿਆ ਹੋਇਆ ਉਸਦਾ ਕਾਫਲਾ। ਉਹ ਤੇ ਇਸ ਤਰ੍ਹਾਂ ਦਾ, ਤੇ ਮੇਰਾ ਖਿਆਲ ਅਮਰੀਕਾ ਦੇ ਰਾਸ਼ਟਰਪਤੀ ਦਾ ਕਾਫਲਾ ਨਹੀਂ ਸੀ ਹੁੰਦਾ। ਜਿਸ ਕਿਸਮ ਦੀਆਂ ਗੱਡੀਆਂ, ਜਿਸ ਤੌਰ ਤਰੀਕੇ ਦੇ ਨਾਲ ਰਸਤਿਆਂ ਵਿੱਚ ਲੋਕਾਂ ਨੂੰ ਖੱਜਲ ਖੁਆਰ ਕਰਕੇ ਇੱਕ ਪਾਸੇ ਹਟਾ ਕੇ ਬਾਬੇ ਨੂੰ ਲੈ ਕੇ ਜਾਂਦੇ ਸੀ, ਉਸ ਤੋਂ ਸਿਆਸੀ ਪੁਸ਼ਤ ਪਨਾਹੀ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ। ਉਹ ਕਿਉਂ ਨਾ ਹੈਲੀਕਾਪਟਰ ਤੇ ਜਾਵੇ? ਸਿਆਸਤਦਾਨ ਤੇ ਗੋਡਣੀਆਂ ਟੇਕਦੇ ਨੇ ਉਹਦੇ। ਫਿਰ ਇੱਕ ਦਿਨ ਅਜਿਹਾ ਵੀ ਆਇਆ ਸਵਲੀਨ ਜੀ, ਇਸ ਕਰਕੇ ਕਿਉਂਕਿ ਸਿਆਸਤ ਦੇ ਮੁਤਾਬਕ ਜਿਸ ਤਰ੍ਹਾਂ ਦੇ ਕੰਮ ਉਹਨੇ ਸ਼ੁਰੂ ਕਰ ਲਿਆ, ਫਿਰ ਅਖੀਰ ਇਸ ਤਰ੍ਹਾਂ ਦੇ ਲੋਕ ਪਹਿਲਾਂ ਵੀ ਹੋਏ ਨੇ, ਮੈਂ ਨਾਮ ਨਹੀਂ ਹੁਣ ਪਿੱਛੇ ਨੂੰ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਆਸੀ ਪੁਸ਼ਤ ਪਨਾਹੀ ਇੱਕ ਲੈਵਲ ਤੇ ਜਾ ਬਹੁਤ ਹੁੰਦੀ ਹੈ, ਬਹੁਤ ਜ਼ਿਆਦਾ ਉਹਨਾਂ ਦੀ ਮਾਨਤਾ ਹੁੰਦੀ ਹੈ। ਹਰ ਤਰ੍ਹਾਂ ਸਿਆਸਤਦਾਨ ਉਹਨਾਂ ਦੇ ਕੋਲ ਵੀ ਜਾਂਦੇ ਨੇ, ਚਰਨਾਂ 'ਚ ਵੀ ਬਹਿੰਦੇ ਨੇ, ਆਸ਼ੀਰਵਾਦ ਵੀ ਲੈਂਦੇ ਨੇ ਤੇ ਵੋਟਾਂ ਵੀ ਲੈਂਦੇ ਨੇ, ਸਭ ਕੁਝ ਹੁੰਦਾ ਹੈ। ਤੇ ਬਾਬੇ ਨੂੰ ਹਰ ਫੈਸਿਲਿਟੀ ਬਾਬਿਆਂ ਨੂੰ ਦਿੱਤੀ ਜਾਂਦੀ ਹੈ। ਇਦਾਂ ਦੇ ਕਈ ਬਾਬੇ ਹੋਏ ਨੇ, ਇੱਕ ਨਹੀਂ। ਤੇ ਅਖੀਰ ਫਿਰ ਜਦੋਂ ਕੋਈ ਮੌਕਾ ਲੱਗਦਾ ਹੈ, ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕਦੀ ਕਿਸੇ ਦੀ ਆ ਗਈ, ਕਦੀ ਕਿਸੇ ਦੀ ਆ ਗਈ। ਇਹ ਬਾਬੇ ਫਿਰ ਜਦੋਂ ਕਿਸੇ ਇੱਕ ਦੇ ਹੋ ਕੇ ਰਹਿ ਜਾਂਦੇ ਨੇ, ਫਿਰ ਜਦੋਂ ਦੂਸਰੀ ਆਉਂਦੀ ਹੈ ਤੇ ਫਿਰ ਉਹ ਬਾਬਿਆਂ ਦੇ ਗਲ ਨੂੰ ਹੱਥ ਪੈ ਜਾਂਦਾ ਹੈ। ਇਹ ਇਤਿਹਾਸ ਹੈ, ਇਹ ਇਕੱਲਾ ਬਾਬਾ ਨੇ, ਇਸ ਤੋਂ ਪਹਿਲਾਂ ਵੀ ਕਈ ਉਦਾਹਰਨਾਂ ਇਹੋ ਜਿਹੀਆਂ ਹੋਈਆਂ। ਫਿਰ ਬਾਬੇ ਲੱਭਦੇ ਨਹੀਂ ਵੀ ਗਏ ਕਿੱਥੇ, ਪਰ ਇਹ ਬਾਬਾ ਅਜਿਹਾ ਹੈ। ਔਰ ਇਹ ਜਿਹੜੀ ਇੱਕ ਮੁੱਖ ਧਾਰਾ ਤੋਂ ਪਾਸੇ ਨਹੀਂ ਹੋ ਰਿਹਾ, ਇਹ ਖਬਰਾਂ ਦੇ ਵਿੱਚ ਰਹਿਣ ਦਾ ਸ਼ੌਕੀਨ ਹੈ। ਔਰ ਇਸ ਤਰ੍ਹਾਂ ਦੇ ਕਈ ਬਾਬੇ ਭੇਦ ਭਰੇ ਢੰਗ ਨਾਲ ਆਪਣਾ ਜ਼ਿੰਦਗੀ ਜੀਵਨ ਜਿਉਂਦੇ ਨੇ ਕਿ ਉਹ ਆਪਣੇ ਆਸ਼ਰਮ ਦੇ ਵਿੱਚ ਜਾਂ ਜੋ ਵੀ ਉਹਨਾਂ ਨੇ ਬਣਾਇਆ ਹੁੰਦਾ ਉੱਥੇ ਰਹਿੰਦੇ ਨੇ, ਜਾਂ ਜੋ ਵੀ ਆ, ਬੜਾ ਅਜੀਬ ਜਿਹਾ ਤਰੀਕਾ ਹੁੰਦਾ ਉਹਨਾਂ ਦੇ ਕੰਮ ਕਰਨ ਦਾ। ਤੇ ਇਹ ਬਾਬਾ ਦੇ ਫਿਲਮਾਂ ਬਣਾਉਂਦਾ ਸੀ। ਹੁਣ ਫਿਲਮਾਂ ਵਾਲਿਆਂ ਤੇ ਵੀ ਕਈਆਂ ਦੇ ਦੋਸ਼ ਲੱਗਦੇ ਰਹੇ ਨੇ ਕਿ ਬਾਬੇ ਨੂੰ ਇਹੋ ਜਿਹੀ ਜਾਂਚ ਕਿੱਥੋਂ ਆਈ ਆ, ਕਿਹੜੇ ਫਿਲਮ ਡਾਇਰੈਕਟਰ, ਕਿਹੜੇ ਸਮਾਨ ਵਾਲੇ, ਕਿੰਨੇ ਪ੍ਰੋਡਿਊਸਰ, ਕੌਣ, ਕਿਸ ਤਰ੍ਹਾਂ ਦਾ ਉਹਨੂੰ ਟੈਕਨੀਕਲ ਸਹਾਇਤਾ ਕੌਣ ਦਿੰਦਾ ਸੀ। ਤੇ ਬਾਹਰਲੇ ਦੇਸ਼ਾਂ ਦੇ ਵਿੱਚ ਸਿਨੇਮਿਆਂ ਦੇ ਵਿੱਚ ਬਾਬੇ ਦੇ ਭਗਤ ਜਿਹੜੇ ਸੀ ਉਹ ਲਵਾ ਕੇ ਤੇ ਵੱਡੇ ਵੱਡੇ ਬੈਨਰ ਲਵਾਉਂਦੇ ਸੀ, ਏਅਰਪੋਰਟਾਂ ਦੇ ਸਾਈਨ ਲੱਗੇ ਹੋਏ, ਮੈਂ ਖੁਦ ਦੇਖੇ ਨੇ ਬਾਹਰਲੇ ਦੇਸ਼ਾਂ ਵਿੱਚ, ਜਿੱਥੇ MSG ਦਾ ਮੈਸੇਂਜਰ ਆਫ ਗੋਡ। ਤੇ ਇੱਕ ਉਹ ਗਾਣੇ ਗਾਉਂਦਾ ਨੱਚਦਾ ਫਿਰਦਾ ਵੱਡੀਆਂ ਸਟੇਜਾਂ ਤੇ। ਇਹ ਬਾਬਾ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨ ਦਾ ਉਸਨੂੰ ਸ਼ੌਕ ਸੀ, ਉਹ ਰਹਿ ਨਹੀਂ ਸਕਦਾ। ਬਾਬਾ ਤੇ ਇੱਕ ਟਾਈਮ ਇਦਾਂ ਦਾ ਆ ਗਿਆ ਜਦੋਂ ਬਾਬੇ ਨੂੰ ਸਜ਼ਾ ਹੋਈ ਤੇ ਫਿਰ ਬਾਬੇ ਦੇ ਜਿਹੜੇ ਪ੍ਰਸ਼ੰਸਕ ਉੱਥੇ ਇਕੱਠੇ ਹੋਏ, ਉਹਨਾਂ ਨੂੰ ਫਿਰ ਪੁੱਛਿਆ ਕਿਸੇ ਨੇ ਨਹੀਂ, ਗੋਲੀਆਂ ਵੀ ਉਹਨਾਂ ਦੇ ਲੱਗੀਆਂ, ਉਹਨਾਂ ਨੂੰ ਮਾਰ ਕੁਟਾਈ ਵੀ ਹੋਈ, ਉਹਨਾਂ ਚੋਂ ਕਿੰਨਿਆਂ ਨੇ ਜਾਨਾਂ ਗਵਾਈਆਂ, ਕਿੰਨੇ ਜੇਲ੍ਹਾਂ ਚਲੇ ਗਏ, ਸਭ ਕੁਝ ਹੋਇਆ। ਡੇਰਾ ਵੀ ਖਿਲਰਨ ਪੁਲਰਨ ਦੇ ਜਿਹੜੇ ਚਾਂਸ ਸੀ ਉਹ ਬਣ ਗਏ। ਫਿਰ ਹੌਲੀ ਹੌਲੀ ਰੀਗਰੁੱਪ ਹੋਣ ਲੱਗੇ। ਹਨੀਪ੍ਰੀਤ ਨੂੰ ਬੇਲ ਮਿਲ ਗਈ। ਹਨੀਪ੍ਰੀਤ ਭਾਵੇਂ ਕਿ ਹੁਣ ਉਸ ਹਿਸਾਬ ਨਾਲ ਨਹੀਂ, ਪਰ ਅਜੇ ਵੀ ਬਾਬੇ ਦੇ ਕਾਫੀ ਕਲੋਜ਼ ਹੈ। ਬਾਬਾ ਜਦੋਂ ਬਾਹਰ ਨਿਕਲਦਾ ਹੁਣ ਤੇ ਮਹੀਨੇ ਕੁ ਬਾਅਦ ਜਾਂ 2-3 ਹਫ਼ਤਿਆਂ ਬਾਅਦ ਵਾਰੀ ਆ ਜਾਂਦੀ ਹੈ ਤੇ ਖਬਰਾਂ ਆਉਣ ਲੱਗ ਪੈਂਦੀਆਂ ਨੇ, ਬਾਬਾ ਜੀ ਦੇ ਫਲਾਨੀ ਉਹਨਾਂ ਦੀ ਸਿਹਤ ਦੀ, ਉਹਨਾਂ ਨੇ ਮਾਂ ਦੇ ਸੰਸਕਾਰ 'ਚ ਜਾਣਾ ਹੈ, ਉਹਨਾਂ ਨੇ ਉਸ ਜਗ੍ਹਾ ਤੇ ਜਾਣਾ ਹੈ, ਸਿਹਤ ਖਰਾਬ ਹੈ, ਮੈਦਾਂਤਾ ਹਸਪਤਾਲ ਵਿੱਚ। ਤੇ ਲੈ ਕੇ ਜਾਣਾ ਹੁੰਦਾ ਹਸਪਤਾਲ ਤੇ ਲੈ ਕੇ ਉਸਨੂੰ ਫਾਰਮ ਹਾਊਸ ਦੇ ਵਿੱਚ ਜਾਂਦੇ ਨੇ। ਇਹ ਕੀ ਹੋ ਕੀ ਰਿਹਾ? ਕਿਉਂ ਬਾਬੇ ਨੂੰ ਇੰਨੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ? ਕਿਸ ਦੇ ਇਸ਼ਾਰੇ ਤੇ ਦਿੱਤੀਆਂ ਜਾ ਰਹੀਆਂ ਨੇ? ਕੀ ਉਸਨੂੰ ਇਸ ਤਰ੍ਹਾਂ ਦੀ ਜ਼ਮਾਨਤਾਂ ਦੇਣੀਆਂ ਜਾਂ ਛੁੱਟੀਆਂ ਦੇਣੀਆਂ? ਬਿਮਾਰੀ ਹੋ ਸਕਦਾ ਹੈ ਬਿਮਾਰ ਹੋਵੇ ਵੀ, ਮੈਦਾਂਤਾ ਹਸਪਤਾਲ ਹੁਣ ਲੈ ਕੇ ਗਏ ਨੇ ਤੇ ਫਿਰ ਕਹਿੰਦੇ ਨਹੀਂ ਇਹਦੀ ਸਿਹਤ ਖਰਾਬ ਹੈ, ਇਹਨੂੰ ਏਮਜ਼ ਲੈ ਜਾਓ। ਤੇ ਬਹੁਤ ਵੱਡੀ ਹਾਈ ਸਿਕਿਉਰਿਟੀ ਦੇ ਵਿੱਚ ਉਹਨੂੰ ਹੁਣ ਏਮਜ਼ ਦੇ ਵਿੱਚ ਦਾਖਲ ਕਰਾਇਆ ਗਿਆ। ਪੇਟ ਦੇ ਵਿੱਚ ਕੋਈ ਤਕਲੀਫ ਹੈ। ਇਹ ਸਾਰਾ ਕੁਝ ਇਹ ਸਿਆਸੀ ਉਥਲ ਪੁਥਲ ਜਿਹੜੀ ਹੈ ਨਾ, ਉਸੇ ਵੱਲ ਨੂੰ ਇਸ਼ਾਰਾ ਕਰ ਰਿਹਾ। ਅਸੀਂ ਅਦਾਲਤਾਂ ਤੇ ਕਾਰਵਾਈ ਤੇ ਕੋਈ ਸ਼ੰਕਾ ਨਹੀਂ ਕਰ ਸਕਦੇ, ਪਰ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਤਰ੍ਹਾਂ ਜ਼ਮਾਨਤਾਂ ਸਾਰਾ ਕੁਝ ਸਰਕਾਰਾਂ ਦੇ ਅਧੀਨ ਆਉਂਦਾ ਹੈ, ਉਹ ਕਰ ਸਕਦੇ ਨੇ। ਬਾਬਾ ਜੇ ਮੁਜਰਮ ਹੈ, ਜਿਸ ਤਰ੍ਹਾਂ ਦੇ ਕੇਸਾਂ ਦੇ ਵਿੱਚੋਂ ਸਜ਼ਾ ਭੁਗਤ ਰਿਹਾ, ਉਸ ਬਾਬੇ ਨੂੰ ਇੰਨੀ ਸੌਖੀ ਛੁੱਟੀ ਇੰਨੀ ਵਾਰ ਨਹੀਂ ਮਿਲਣੀ ਚਾਹੀਦੀ। ਇਹ ਸਭ ਕੁਝ ਸਿਆਸੀ ਚਾਲਾਂ। ਪੰਜਾਬ ਵਿੱਚ ਇਲੈਕਸ਼ਨਾਂ, ਹਰਿਆਣਾ ਵਿੱਚ ਵੀ ਛੇਤੀ ਆਉਣ ਵਾਲੀਆਂ ਹੋਣਗੀਆਂ। ਹਰਿਆਣੇ ਵਿੱਚ ਮਾਈਨੋਰਟੀ ਸਰਕਾਰ ਹੈ, ਉਹਦੇ ਡੇਰਾ ਪ੍ਰੇਮੀ ਨੂੰ ਆਪਣੇ ਵਸ 'ਚ ਕਰਨਾ ਹੈ। ਉਧਰੋਂ SIT ਦੀ ਜਾਂਚ ਚੱਲ ਰਹੀ ਹੈ। ਸਾਰਾ ਕੁਝ ਰਲਾ ਮਿਲਾ ਕੇ ਵੇਖੋ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਕੋਈ ਨਾ ਕੋਈ ਪਿਕਚਰ ਬਣ ਰਹੀ ਹੈ ਤੇ ਬਾਬੇ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਰਿਹਾ। ਅੱਜ ਵੀ ਸਾਡੇ ਰਾਜਨੀਤੀਵਾਨ ਬਹੁਤ ਸਾਰੇ ਸਮਝਦੇ ਨੇ ਕਿ ਬਾਬਾ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਉਸ ਦੀਆਂ ਵੋਟਾਂ, ਜਿਹੜੇ ਉਸਦੇ ਡੇਰਾ ਪ੍ਰੇਮੀ ਨੇ, ਉਹ ਸਾਡੇ ਲਈ ਬਹੁਤ ਜ਼ਰੂਰੀ ਨੇ ਤੇ ਅਸੀਂ ਉਹਨਾਂ ਦੀਆਂ ਵੋਟਾਂ ਅਗਰ ਹਥਿਆ ਲਈਏ ਤੇ ਸਾਡੀ ਸਰਕਾਰ ਬਣ ਸਕਦੀ ਹੈ ਜਾਂ ਕਾਇਮ ਰਹਿ ਸਕਦੀ ਹੈ। ਜੀ ਸ਼ਰਮਾ ਜੀ, VVIP ਇਸ ਬਾਬੇ ਬਾਰੇ ਤੁਹਾਡੇ ਕੀ ਸਮੀਕਰਨ ਕਹਿੰਦੇ ਨੇ? ਦੇਖੋ, ਕੋਈ ਗੱਲ ਬਚੀ ਨਹੀਂ ਜਿੰਨੀ ਕੁਲਦੀਪ ਜੀ ਨੇ ਤਫਸੀਲ ਨਾਲ ਦੱਸਿਆ ਕਿ ਇਹ ਜਿਹੜੀ ਗੱਲਬਾਤ ਆ ਸ਼ੁਰੂ ਤਾਂ ਹੁੰਦੀ ਆ, ਪਹਿਲਾਂ ਡੇਰਾ ਛੋਟਾ ਜਿਹਾ ਹੁੰਦਾ, ਲੋਕ ਥੋੜੇ ਹੁੰਦੇ ਆ, ਹੌਲੀ ਹੌਲੀ ਜੁੜਦੇ ਜਾਂਦੇ ਨੇ। ਜਦੋਂ ਇਕੱਠ ਥੋੜਾ ਜਿਹਾ ਵੱਡਾ ਹੁੰਦਾ ਤੇ ਫਿਰ ਲੀਡਰ ਆਉਣੇ ਸ਼ੁਰੂ ਹੋ ਜਾਂਦੇ, ਕਿਉਂਕਿ ਲੀਡਰ ਉੱਥੇ ਆਉਂਦੇ ਨੇ ਜਿੱਥੇ ਲੋਕ ਇਕੱਠੇ ਹੁੰਦੇ ਨੇ। ਚਾਹੇ ਉਹ ਕਬੱਡੀ ਦਾ ਮੈਚ ਹੋਵੇ, ਚਾਹੇ ਉਹ ਕਿਸੇ ਗੈਂਗਸਟਰਾਂ ਦੀ ਲੜਾਈ ਹੋਵੇ, ਤੇ ਚਾਹੇ ਉਹ ਕਿਸੇ ਬਾਬੇ ਦਾ ਡੇਰਾ ਹੋਵੇ। ਜਦੋਂ ਲੀਡਰ ਆਉਣੇ ਸ਼ੁਰੂ ਹੋ ਜਾਂਦੇ ਨੇ ਫਿਰ ਡੇਰਾ ਹੋਰ ਵੱਡਾ ਹੋ ਜਾਂਦਾ, ਕਿਉਂਕਿ ਬਾਬਿਆਂ ਦੇ ਕਹੇ ਤੇ ਫਿਰ ਛੋਟੇ ਛੋਟੇ ਮੋਟੇ ਲੋਕਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਨੇ। ਬਾਅਦ ਵਿੱਚ ਫਿਰ ਜਿੱਦਾਂ ਬਾਬੇ ਨੇ ਪ੍ਰਸਿੱਧੀ ਪ੍ਰਾਪਤ ਕੀਤੀ, ਕਦੇ ਫਿਲਮਾਂ ਬਣਾ ਲਈਆਂ, ਕਦੇ ਗਾਣੇ ਗਾ ਲਏ, ਕਦੇ ਆਪਣੇ ਆਪ ਨੂੰ ਇੰਜੀਨੀਅਰ ਦੱਸਿਆ, ਕਦੇ ਆਪਣੇ ਆਪ ਨੂੰ ਐਸਟਰੋਨੌਟ ਦੱਸਿਆ, ਕਦੀ ਉਹ ਕਹਿੰਦਾ ਵੀ ਕੋਹਲੀ ਨੂੰ ਵੀ ਸਲਾਹ ਮੈਂ ਦਿੱਤੀ ਸੀ ਖੇਡਣ ਦੀ।
ਕਦੀ ਉਹ ਕਹਿੰਦਾ ਕਿ ਗੱਡੀਆਂ ਸਾਰੀਆਂ ਮੈਂ ਬਣਾਉਣਾ ਤੇ ਨਾਸਾ ਤੇ ਵੀ ਮੈਂ ਹੀ ਸਾਰੇ ਕੰਮ ਕਰਦਾ ਜੀ। ਉਹ ਜਿਵੇਂ ਜਿੰਨੀ ਕੁ ਉਹਨੇ ਪ੍ਰਸਿੱਧੀ ਕੀਤੀ, ਫਿਰ ਖੂਨਦਾਨ ਕੈਂਪ ਲਾਏ, ਬਹੁਤ ਗਰੀਬ ਲੋਕਾਂ ਨੂੰ ਪੈਸੇ ਵੀ ਉਹਨੇ ਦਿੱਤੇ, ਕਿਸੇ ਨੂੰ ਘਰ ਬਣਾਉਣ ਲਈ ਦੇ ਦਿੱਤੇ, ਕਿਸੇ ਨੂੰ ਕਿਸੇ ਹੋਰ ਕੰਮ ਲਈ ਦੇ ਦਿੱਤੇ, ਤੇ ਲੋਕ ਜੁੜਦੇ ਗਏ। ਪਰ ਜਿੱਦਾਂ ਕੁਲਦੀਪ ਜੀ ਨੇ ਦੱਸਿਆ ਕਿ ਤੁਸੀਂ ਜਿੰਨੀ ਕੁ ਪੀਕ ਤੱਕ ਪਹੁੰਚਣਾ ਸੀ ਉੱਥੇ ਤੱਕ ਪਹੁੰਚ ਗਏ, ਫਿਰ ਵਾਪਸ ਰਸਤਾ ਤਾਂ ਫਿਰ ਸ਼ੁਰਲੀ ਦਾ ਥੱਲੇ ਨੂੰ ਆਉਂਦਾ ਨਾ, ਚਾਹੇ ਉਹ 2-4 ਮਿੰਟ ਦਾ ਤਮਾਸ਼ਾ ਸੀ, ਚਾਹੇ 2-4 10-20 ਸਾਲ ਦਾ ਸੀ। ਪਰ ਹੁਣ ਤੱਕ ਦੀ ਜਿਹੜੀ ਕਹਾਣੀ ਆ ਉਹਦੇ ਤੋਂ ਇਹ ਲੱਗਦਾ ਕਿ ਬਾਬੇ ਦਾ ਸਮਾਂ ਹਾਲੇ ਖਤਮ ਹੋਇਆ ਲੱਗਦਾ ਨਹੀਂ। ਜਿੱਦਾਂ ਭਗਤ ਕਹਿੰਦੇ ਆ ਨਾ ਬਾਬੇ ਦੇ ਕਿ ਬਾਬਾ ਜੀ ਨਿਰਦੋਸ਼ ਨੇ, ਤੇ ਲੀਡਰਾਂ ਨੂੰ ਵੀ ਲੱਗਦਾ ਕਿ ਬਾਬਾ ਜੀ ਦੇ ਪੱਲੇ 'ਚ ਵੋਟਾਂ ਹੱਲੇ ਵੀ ਹੈਗੀ। ਉਹਦੇ ਵਿੱਚ ਬਹੁਤ ਸਾਰੇ ਤੱਤ ਨੇ, ਜੇ ਸਾਡੇ ਸਮਾਜ ਦੀਆਂ ਬੁਰਾਈਆਂ ਵੀ ਨੇ ਕਿ ਅਸੀਂ ਆਪਣੀਆਂ ਸਮੱਸਿਆਵਾਂ ਲਈ ਧਰਮ ਵੱਲ ਨੂੰ ਦੇਖਦੇ ਹਾਂ, ਸਾਡੀ ਅਨਪੜ੍ਹਤਾ ਜਾਂ ਸਾਡੀ ਜਿਹੜੀ ਗਰੀਬੀ ਆ ਉਹ ਸਾਨੂੰ ਇਹਨਾਂ ਡੇਰਿਆਂ ਵੱਲ ਲੈ ਕੇ ਜਾਂਦੀ ਆ। ਉੱਥੋਂ ਸਾਡੇ ਕਈ ਵਾਰ ਕੰਮ ਹੁੰਦੇ ਆ, ਚੰਗੇ ਵੀ ਹੋ ਜਾਂਦੇ ਆ, ਕਈ ਵਾਰ ਗਲਤ ਵੀ ਹੋ ਜਾਂਦੇ ਆ, ਤੇ ਲੀਡਰਾਂ ਨੂੰ ਉੱਥੇ ਭੀੜ ਨਜ਼ਰ ਆਉਂਦੀ ਆ। ਪਰ ਜੇ ਸਰਕਾਰ ਸਖਤ ਹੋਵੇ, ਇਹੋ ਜਿਹੇ ਸਾਰੇ ਕੰਮ ਨਾ ਹੋਣ, ਡੇਰੇ ਹੋਣ ਚਾਹੇ ਨਾ ਹੋਣ ਵੱਖਰੀ ਗੱਲ ਆ, ਪਰ ਇਹ ਜਿਹੜੀ VIP ਟ੍ਰੀਟਮੈਂਟ ਬਾਬਿਆਂ ਨੂੰ ਮਿਲਦੀ ਆ ਇਹ ਬਿਲਕੁਲ ਨਹੀਂ ਮਿਲਣੀ ਚਾਹੀਦੀ। ਕਿਸੇ ਵੀ ਦੋਸ਼ੀ ਨੂੰ, ਕਿਸੇ ਵੀ ਕੇਸ ਦਾ ਦੋਸ਼ੀ ਹੋਵੇ, ਉਹਨੂੰ ਹੈਲੀਕਾਪਟਰ 'ਚ ਇਵੈਕੂਏਟ ਕਰਕੇ ਜੇਲ੍ਹ ਲੈ ਕੇ ਜਾਣ ਦੀ ਕੀ ਲੋੜ ਹੈ? ਮੁਜਰਮ ਤਾਂ ਮੁਜਰਮ ਹੀ ਹੈ। ਉਹਨੂੰ ਸਰਕਾਰੀ ਗੱਡੀ 'ਚ ਬਿਠਾਓ, ਕੈਂਟਰ 'ਚ ਬੈਠੇ, ਉਹਨੂੰ ਪਤਾ ਲੱਗੇ ਵੀ ਹੌਲਦਾਰਾਂ ਨਾਲ ਦੋ ਨਾ ਬੈਠ ਕੇ ਮੈਂ ਜਾਣਾ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿਆਸਤ ਵੱਲ ਹੀ ਇਸ਼ਾਰਾ ਕਰਦੀਆਂ, ਹੋਰ ਕੁਝ ਨਹੀਂ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪੰਜਾਬ ਤੋਂ ਬਾਅਦ ਹੁਣ ਗੱਲ ਕਰ ਲਈਏ ਮੁਲਕ ਦੀ। ਪ੍ਰਧਾਨ ਮੰਤਰੀ ਮੋਦੀ ਜਨਤਾ ਨੂੰ ਕਹਿ ਰਹੇ ਨੇ ਕਿ ਜਿਹੜਾ ਮੇਰਾ ਮਹੀਨਾਵਾਰੀ ਪ੍ਰੋਗਰਾਮ ਆ ਮਨ ਕੀ ਬਾਤ, ਉਹਦੇ ਵਿੱਚ ਮੈਂ ਕਿਹੜੀ ਗੱਲ ਕਰਾਂ? ਕਿ ਉਹਨਾਂ ਕੋਲ ਮੁੱਦੇ ਮੁੱਕ ਗਏ ਨੇ, ਜਿਹੜੇ ਮਸਲੇ ਸਾਨੂੰ ਡੇਲੇ ਕੱਢਦੇ ਨੇ ਉਹ ਪ੍ਰਧਾਨ ਮੰਤਰੀ ਨੂੰ ਨਹੀਂ ਦਿਖਦੇ। ਦੇਖੋ, ਬੜੀ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਟਵੀਟ ਕੀਤਾ ਕਿ ਮੈਨੂੰ ਰਾਏ ਦਿੱਤੀ ਜਾਵੇ, ਰਾਏ ਦਿਓ। ਲੋਕਾਂ ਨੂੰ ਕਿਹਾ ਕਿ ਮੈਂ ਮਨ ਕੀ ਬਾਤ ਵਿੱਚ ਕੀ ਗੱਲ ਕਰਾਂ। ਬਿਲਕੁਲ ਤੁਹਾਡੀ ਗੱਲ ਠੀਕ ਆ। ਉਹਨਾਂ ਨੂੰ ਲੱਗਦਾ ਆ ਕਿ ਅੱਛੇ ਦਿਨ ਜਿਹੜੇ ਆ ਗਏ ਆ। ਪੈਟਰੋਲ ਜਿਹੜਾ ਆ ਬਹੁਤ ਸਸਤਾ ਆ, ਸਿਰਫ 100 ਰੁਪਏ ਲੀਟਰ ਹੋ ਗਿਆ। ਸਰੋਂ ਦਾ ਤੇਲ ਜਿਹੜਾ ਆ 200 ਰੁਪਏ ਲੀਟਰ ਤੱਕ ਪਹੁੰਚ ਗਿਆ, ਬਹੁਤ ਸਸਤਾ ਆ। ਉਹ ਆਮ ਲੋਕਾਂ ਲਈ ਕੋਈ ਗੱਲ ਹੀ ਨਹੀਂ। 2 ਕਰੋੜ ਨੌਕਰੀ ਉਹਨਾਂ ਨੇ ਸਾਲਾਨਾ ਦੇਣ ਦੀ ਗੱਲ ਕੀਤੀ ਸੀ, ਤੇ ਸਾਰੀ ਆਬਾਦੀ ਨੂੰ ਨੌਕਰੀ ਉਹਨਾਂ ਨੇ ਦੇ ਦਿੱਤੀ ਆ। ਤੇ ਹੁਣ ਇਹ ਪ੍ਰਧਾਨ ਮੰਤਰੀ, ਜੇ ਅਸੀਂ ਇਹਨਾਂ ਦੇ ਪਿਛਲੇ 5-7 ਸਾਲਾਂ ਦੇ ਬਿਆਨ ਦੇਖੀਏ, 16-17 ਤੋਂ ਲੈ ਕੇ ਜਦੋਂ ਤੱਕ ਵੀ ਇਹਨਾਂ ਨੇ ਕਿਤੇ ਗੱਲ ਕੀਤੀ ਆ, ਇਹਨਾਂ ਦੀਆਂ ਗੱਲਾਂ ਸੁਣ ਕੇ BJP ਦੇ ਆਮ ਲੀਡਰ ਵੀ ਇਹ ਗੱਲ ਕਹਿੰਦੇ ਸੀ ਕਿ ਆਬਾਦੀ ਜਿਹੜੀ ਆ ਉਹ ਕੋਈ ਵੱਡੀ ਸਮੱਸਿਆ ਨਹੀਂ ਹੈਗੀ, ਆਬਾਦੀ ਭਾਰਤ ਲਈ ਵਰਦਾਨ ਆ ਜੀ। ਖੁਦ ਪ੍ਰਧਾਨ ਮੰਤਰੀ ਨੇ ਜਦੋਂ ਅਮਰੀਕਾ ਦੇ ਵਿੱਚ ਮੈਡੀਸਨ ਸਕੇਅਰ ਜਾ ਕੇ ਭਾਸ਼ਣ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਕਿ ਇਹ ਸਾਡੇ ਲਈ ਡੈਮੋਗ੍ਰਾਫਿਕ ਡਿਵੀਡੈਂਡ ਆ, ਡੈਮੋਗ੍ਰਾਫਿਕ ਡਿਵੀਡੈਂਡ ਆ, ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਲੋਕ ਨੇ ਉਹ ਕੰਮ ਕਰਦੇ ਨੇ, ਤੇ ਉਹਨਾਂ ਲਈ ਦੁਨੀਆ ਲਈ ਇਹ ਵੱਡਾ ਬਾਜ਼ਾਰ ਆ। ਜਿੰਨੇ ਕੁ ਵੀ ਉਹ ਗੱਲਾਂ ਉਹਨਾਂ ਨੇ ਕੀਤੀਆਂ ਪੁੱਠੀਆਂ ਸਿੱਧੀਆਂ, ਜਿਨ੍ਹਾਂ ਨੂੰ ਫਿਰ ਲੋਕ ਜੁਮਲੇ ਕਹਿੰਦੇ ਨੇ, ਉਹ ਉਹਨਾਂ ਨੇ ਦਿੱਤੇ। IIM ਦੇ ਵਿੱਚ ਇੱਕ ਵਾਰ ਭਾਸ਼ਣ ਦੇਣ ਗਏ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇਹੀ ਗੱਲ ਕੀਤੀ ਕਿ ਭਾਰਤ ਲਈ ਬਹੁਤ ਵੱਡੀ ਗੱਲ ਆ ਕਿ ਭਾਰਤ ਦੇ ਕੋਲ ਵਿਸ਼ਾਲ ਜਨ ਸਮੂਹ ਆ, ਤੇ ਬਹੁਤ ਜਿਹੜੇ ਲੋਕ ਨੇ ਉਹ ਜਵਾਨ ਨੇ, ਨੌਜਵਾਨ ਨੇ। ਕੀ ਹੋਇਆ ਜੇ ਬੇਰੁਜ਼ਗਾਰ ਨੇ? ਕੀ ਹੋਇਆ ਜੇ ਬੇਰੁਜ਼ਗਾਰ ਨੇ? ਫਿਰ 17-18 ਦੇ ਵਿੱਚ ਇੱਕ ਵਾਰ ਉਹਨਾਂ ਨੇ ਫਿਰ ਇਹੋ ਜਿਹੀਆਂ ਗੱਲਾਂ ਕੀਤੀਆਂ, ਤੇ ਫਿਰ ਲੱਗਾ ਕਿ ਪ੍ਰਧਾਨ ਮੰਤਰੀ ਆਬਾਦੀ ਨੂੰ ਹਾਲੇ ਵੀ ਚੰਗਾ ਸਮਝਦੇ ਨੇ। ਠੀਕ ਹੈ, ਜਿੰਨੇ ਲੋਕ ਤੁਹਾਡੇ ਕੋਲ ਹੈਗੇ ਨੇ ਤੁਸੀਂ ਉਹਨਾਂ ਦੀ ਫਿਕਰ ਕਰਨੀ, ਉਹਨਾਂ ਦੀ ਕਦਰ ਕਰਨੀ ਹੈ, ਉਹਨਾਂ ਨੂੰ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ। ਪਰ ਫਿਰ ਅਚਾਨਕ ਨਵੇਂ ਉਹ ਜਿਹੜਾ 15 ਅਗਸਤ ਦੇ ਮੌਕੇ 'ਤੇ ਉਹਨਾਂ ਨੇ ਭਾਸ਼ਣ ਦਿੱਤਾ ਕਿ ਜਿਹੜੀ ਆਬਾਦੀ ਵਿਸਫੋਟ ਦੀ ਗੱਲ ਕੀਤੀ, ਤੇ ਸਾਨੂੰ ਲੱਗਾ ਕਿ ਸ਼ਾਇਦ ਇਹਨਾਂ ਨੂੰ ਇੱਕ ਮੁੱਦਾ ਲੱਭ ਗਿਆ। ਮਨ ਕੀ ਬਾਤ ਲਈ ਨਹੀਂ, ਚਲੋ 15 ਅਗਸਤ ਦੇ ਉਹਨਾਂ ਨੇ ਉਹਦੇ 'ਤੇ ਗੱਲ ਕੀਤੀ ਉਹਦੀ ਜੀ। ਪਰ ਫਿਰ ਜਦੋਂ ਉਹਨੂੰ ਪੜਚੋਲ ਕੀਤੀ ਤਾਂ ਉਹਦੇ ਵਿੱਚ ਰਿਜ਼ਲਟ ਇਹ ਨਿਕਲ ਕੇ ਆਏ ਕਿ ਕਿਉਂਕਿ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀਗੇ SSC ਕਮਿਸ਼ਨ ਦੀਆਂ ਨੌਕਰੀਆਂ ਲਈ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰ ਰਹੇ ਸੀ। 2 ਕਰੋੜ ਉਹਨਾਂ ਨੇ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਤੇ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਸੀ ਨੌਕਰੀਆਂ ਨੂੰ ਲੈ ਕੇ। ਫਿਰ ਉਹਨਾਂ ਨੇ ਪਕੌੜੇ ਤਲਣ ਦੀ ਗੱਲ ਕੀਤੀ। ਤੇ ਫਿਰ ਜਦੋਂ ਪ੍ਰਧਾਨ ਮੰਤਰੀ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਯੋਗੀ ਆਦਿੱਤਿਆਨਾਥ ਦੀ, ਬੀਤੇ ਦਿਨਾਂ ਦੇ ਵਿੱਚ 2-4 ਦਿਨਾਂ ਤੋਂ ਬੜਾ ਮੁੱਦਾ ਛਾਇਆ ਹੋਇਆ ਕਿ ਆਬਾਦੀ ਕੰਟਰੋਲ ਲਈ ਭਾਰਤ ਸਰਕਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ। ਇੱਕ ਰਾਜ ਸਭਾ ਤੋਂ ਮੈਂਬਰ ਨੇ, ਇਹਨਾਂ ਦੇ ਸੰਘ ਤੋਂ ਆਉਂਦੇ ਨੇ, ਰਾਕੇਸ਼ ਸਿਨਹਾ ਜੀ, ਉਹਨਾਂ ਨੇ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਗੱਲ ਕੀਤੀ ਆ ਕਿ ਆਬਾਦੀ ਕੰਟਰੋਲ ਜਿਹੜੀ ਆ ਹੋਣੀ ਚਾਹੀਦੀ ਹੈ। ਅਸਾਮ ਦੇ ਵਿੱਚ ਮੁੱਖ ਮੰਤਰੀ ਬਣਾਏ ਗਏ ਨੇ, ਉਹਨਾਂ ਨੇ ਵੀ ਆਬਾਦੀ ਕੰਟਰੋਲ ਦੀ ਗੱਲ ਕੀਤੀ ਹੈ, ਤੇ ਯੋਗੀ ਆਦਿੱਤਿਆਨਾਥ ਨੇ ਵੀ ਗੱਲ ਕੀਤੀ ਹੈ। ਇਹ ਗੱਲ ਹੁਣ ਇਹਨਾਂ ਨੂੰ ਕਿਉਂ ਯਾਦ ਆਈ? ਇਹ ਸਿਰਫ ਔਰ ਸਿਰਫ ਇਸ ਕਰਕੇ ਗੱਲ ਯਾਦ ਹੈ। ਜੇ ਅਸੀਂ ਯੋਗੀ ਆਦਿੱਤਿਆਨਾਥ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਮੇਰੇ ਆਦਰਸ਼ ਨੇ, ਤੇ ਮੈਂ ਉਹਨਾਂ ਦੀ ਅਨੁਸਰਣ ਕਰਦਾ, ਉਹਨਾਂ ਦੀ ਪਾਲਣਾ ਕਰਦਾ, ਉਹਨਾਂ ਦੀਆਂ ਗੱਲਾਂ ਤੋਂ ਸੇਧ ਲੈਣਾ। ਤੇ ਪ੍ਰਧਾਨ ਮੰਤਰੀ ਤੇ ਪਿਛਲੇ 5 ਸਾਲ ਤੋਂ ਕਹਿ ਰਹੇ ਆ ਕਿ ਆਬਾਦੀ ਜਿਹੜੀ ਹੈ ਸਾਡੇ ਲਈ ਗੱਲ ਹੀ ਕੋਈ ਨਹੀਂ, ਸਾਡੇ ਲਈ ਉਹ ਫਾਇਦੇ ਦੀ ਚੀਜ਼ ਆ, ਸਾਡੀ ਕੋਲ ਸਾਡੀ ਐਸੈਟ ਆ। ਪਰ ਇਹ ਵੀ ਦੱਸਣ ਕਿ ਉਸ ਐਸੈਟ ਨੂੰ ਨੌਕਰੀਆਂ ਕਿੰਨੀਆਂ ਦਿੱਤੀਆਂ, ਉਸ ਐਸੈਟ ਦਾ ਤੁਸੀਂ ਸਵਾਰਿਆ ਕੀ, ਤੇ ਮਹਿੰਗਾਈ ਦਾ ਕੀ ਬਣਿਆ, ਕਿਸਾਨ ਅੰਦੋਲਨ ਦਾ ਕੀ ਬਣਿਆ, ਜੰਮੂ ਕਸ਼ਮੀਰ ਦਾ ਕੀ ਬਣਿਆ।
ਇਸੇ ਸਰਕਾਰ ਨੇ 2016 ਦੇ ਵਿੱਚ ਮਿਸ਼ਨ ਪਰਿਵਾਰ ਵਿਕਾਸ ਦੀ ਗੱਲ ਕੀਤੀ। ਉਹਦੇ 'ਚ ਸਭ ਤੋਂ ਵੱਡਾ ਮੁੱਦਾ ਇਹ ਸੀ ਕਿ ਲੋਕਾਂ ਨੂੰ ਛੋਟੇ ਪਰਿਵਾਰ ਰੱਖਣ ਲਈ ਪ੍ਰੇਰਿਤ ਕਰਨਾ ਹੈ। ਦੇਖੋ ਕਿੰਨੀਆਂ ਆਰਥੋਡਾਕਸ ਗੱਲਾਂ ਕਰਦੇ ਨੇ, ਫਿਰ ਜਦੋਂ ਇਹਨਾਂ ਨੂੰ ਜੁਮਲੇਬਾਜ਼ੀ ਕਹੀਏ ਤੇ ਫਿਰ ਭਗਤਾਂ ਨੂੰ ਵੀ ਬੁਰੇ ਲੱਗਦੀ ਤੇ ਸਰਕਾਰ ਨੂੰ ਵੀ ਬੁਰੇ ਲੱਗਦੀ। ਇੱਕ ਪਾਸੇ ਤੁਸੀਂ ਅਮਰੀਕਾ ਤੱਕ ਜਾ ਕੇ ਕਹਿੰਦੇ ਆ ਕਿ ਸਾਡੀ ਜਿਹੜੀ ਆਬਾਦੀ ਆ ਉਹ ਸਾਡੇ ਲਈ ਚੰਗੀ ਚੀਜ਼ ਹੈ, ਦੂਜੇ ਪਾਸੇ ਤੁਸੀਂ ਮਿਸ਼ਨ ਪਰਿਵਾਰ ਵਿਕਾਸ ਸ਼ੁਰੂ ਕਰਦੇ ਆ ਜਿਹਦੇ 'ਚ ਤੁਸੀਂ ਕਹਿੰਦੇ ਆ ਕਿ ਪਰਿਵਾਰ ਛੋਟੇ ਰੱਖੋ। ਤੁਸੀਂ 15 ਅਗਸਤ ਨੂੰ ਭਾਸ਼ਣ ਦਿੰਦੇ ਆ ਤੇ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਪਰਿਵਾਰ ਛੋਟੇ ਆ ਤੇ ਉਹਨਾਂ ਨੇ ਆਪਣੀਆਂ ਫੈਮਲੀਆਂ ਨੂੰ ਚੰਗੇ ਤਰੀਕੇ ਨਾਲ ਮੈਨੇਜ ਕੀਤਾ। ਤੁਸੀਂ ਸਾਫ਼-ਸਾਫ਼ ਇਹ ਗੱਲ ਮੰਨਦੇ ਕਿਉਂ ਨਹੀਂ ਪਹਿਲੇ ਦਿਨ ਤੋਂ ਹੀ ਕਿ ਆਬਾਦੀ ਨੂੰ ਅਸੀਂ ਰੋਕਣਾ ਆ? ਜੇ ਜਿੰਨੀ ਹੈਗੀ ਆ ਉਨੀ ਕਾਫੀ ਹੈ। ਤੇ ਫਿਰ ਜੇ ਯੋਗੀ ਅਨਿਲ ਉਹ ਜਿਹੜੇ ਨੇ ਵਿਸ਼ਵਾਸ ਸ਼ਰਮਾ ਜੀ ਤੇ ਹੋਰ ਇੱਕ ਦੋ ਮੁੱਖ ਮੰਤਰੀਆਂ ਨੇ ਹੋਰ ਗੱਲ ਕੀਤੀ ਆ, ਹੁਣ ਇਹ ਆਬਾਦੀ ਕੰਟਰੋਲ ਦੀ ਗੱਲ ਕਰਦੇ ਨੇ। ਆਬਾਦੀ ਕੰਟਰੋਲ ਕਰਨ ਦਾ ਇਹਨਾਂ ਦਾ ਕੋਈ ਇਰਾਦਾ ਨਹੀਂ, ਨਾ ਇਹਨਾਂ ਤੋਂ ਹੋਣੀ ਆ, ਨਾ ਇਹਨਾਂ ਦੇ ਕੋਲ ਕੋਈ ਇਦਾਂ ਦੀ ਸੂਝ-ਬੂਝ ਆ। ਇਹ ਸਿਰਫ ਔਰ ਸਿਰਫ ਲੋਕਾਂ ਦਾ ਧਿਆਨ ਭਟਕਾ ਰਹੇ ਨੇ ਇਸ ਗੱਲ ਤੋਂ ਕਿ ਪੈਟਰੋਲੀਅਮ ਜਿਹੜੀਆਂ ਪਦਾਰਥਾਂ ਉਹਨਾਂ ਦੀ ਕੋਈ ਗੱਲ ਨਾ ਕਰੇ, ਜਿਹੜੀਆਂ ਬੀਜੇਪੀ ਨੂੰ ਹਾਰ ਮਿਲੀ ਉਹਦੀ ਕੋਈ ਗੱਲ ਨਾ ਕਰੇ, ਜੰਮੂ ਕਸ਼ਮੀਰ ਵਾਲੀ ਕੋਈ ਗੱਲ ਨਾ ਹੋਵੇ, ਤੇ ਜਿਹੜੀ ਮਹਿੰਗਾਈ ਆ ਉਹਦੇ ਤੇ ਕੋਈ ਗੱਲ ਨਾ ਹੋਵੇ। ਧਿਆਨ ਭਟਕਾਉਣ ਲਈ ਨਵਾਂ ਸਿਰਫ ਔਰ ਧਿਆਨ ਭਟਕਾਉਣ ਲਈ ਨਵੀਆਂ ਕਹਾਣੀਆਂ ਘੜਦੇ ਨੇ। ਜਿੰਨੀਆਂ ਇਹਨਾਂ ਨੇ ਸਕੀਮਾਂ ਸ਼ੁਰੂ ਕੀਤੀਆਂ ਪਿਛਲੇ 7 ਸਾਲਾਂ ਦੇ ਵਿੱਚ, ਕੋਈ ਇੱਕ ਦੱਸ ਦੇਣ ਜਿਹੜੀ ਇਹਨਾਂ ਨੇ ਪੂਰੇ ਕੀਤੀ ਹੋਵੇ। ਤੇ ਮਨ ਕੀ ਬਾਤ ਲਈ ਇਹ ਲੋਕਾਂ ਨੂੰ ਜੋ ਪੁੱਛਦੇ ਨੇ ਤੇ ਆਪਣੀਆਂ ਲੋਕਾਂ ਦੀ ਗੱਲ ਸੁਣ ਲੈਣ। ਪੂਰੇ ਦੇਸ਼ ਦੇ ਵਿੱਚ ਇਹ ਕਿਸੇ ਵੀ ਟੈਲੀਵਿਜ਼ਨ ਚੈਨਲ ਨੂੰ ਲਾ ਕੇ 10 ਮਿੰਟ ਲਈ ਕਿਸੇ ਵੀ ਅੰਗਰੇਜ਼ੀ ਦੀ ਅਖਬਾਰ ਨੂੰ ਪੜ੍ਹ ਲੈਣ ਦੇ ਨਾਲ ਕੋਲ ਮੁੱਦੇ ਹੀ ਮੁੱਦੇ ਨੇ। ਅਮਰਤ ਜੀ ਥੋੜੇ ਦਿਨਾਂ ਤੱਕ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ, ਬਿਲਕੁਲ ਜੀ, ਉਹ ਜਿੰਨੇ ਚੁਣ ਕੇ ਲੋਕਾਂ ਨੇ ਭੇਜੇ ਹੋਏ ਨੇ ਨੁਮਾਇੰਦੇ ਜੀ, ਸਾਰੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਹੀਂ, ਬਿਲਕੁਲ ਜੀ, ਹੋਰਨਾਂ ਪਾਰਟੀਆਂ ਦੇ ਵੀ ਹੈਗੇ ਆ। ਸਾਰੀਆਂ ਪਾਰਟੀਆਂ ਦੇ ਜਿੰਨੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਵੀ ਇੱਕ ਦੋ ਨੁਮਾਇੰਦੇ ਤਾਂ ਉੱਥੇ ਬੈਠੇ ਹੋਏ ਨੇ ਜੀ। ਉਹ ਜਿਹੜੇ ਲੋਕਾਂ ਨੇ ਆਪਣੇ ਰਿਪਰੈਜ਼ੈਂਟੇਟਿਵ ਨੁਮਾਇੰਦੇ ਉੱਥੇ ਭੇਜੇ ਹੋਏ ਨੇ, ਉਹਨਾਂ ਨੇ ਮੁੱਦੇ ਹੀ ਗਣਾਉਣੇ ਨੇ ਉੱਥੇ ਬੈਠ ਕੇ। ਬਿਲਕੁਲ, ਤੁਸੀਂ ਉਹਨਾਂ ਨੂੰ ਉਹ ਦੇਖੋ ਮੁੱਦਿਆਂ ਦੀ, ਉਹ ਦੇਖੋ ਕਿਹੜੇ ਬਿੱਲ ਲਿਆ ਰਹੇ ਨੇ, ਕਿਹੜਾ ਸਵਾਲ ਸਰਕਾਰ ਨੂੰ ਪੁੱਛ ਰਹੇ ਨੇ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ, ਤੇ ਤੁਸੀਂ ਉਹਦੀ ਗੱਲ ਕਰੋ ਤੇ ਮੁੱਦੇ ਤੇ ਆਪਣੇ ਆਪ ਨਿਕਲ ਕੇ ਸਾਹਮਣੇ ਆਉਣਗੇ। ਲੋਕਾਂ ਨੂੰ ਪੁੱਛਣ ਦੀ ਲੋੜ ਕਿਹਦੀ ਸੁਣਨਗੇ? ਜੇ ਇੱਕ ਦਿਨ ਵਿੱਚ ਇੱਕ ਸਵਾਲ ਪੁੱਛ ਲੈਣਗੇ ਤੇ ਮੇਰੇ ਖਿਆਲ ਲੱਖਾਂ ਕਰੋੜਾਂ ਟਵੀਟ ਉਹਨਾਂ ਨੂੰ ਆ ਜਾਣੇ ਆ, ਤੇ ਜਵਾਬ ਕਿਹਦਾ ਦੇਣਗੇ? ਕਿਸੇ ਦਾ ਵੀ ਨਹੀਂ। ਇਹ ਕੋਈ ਤਰੀਕਾ ਥੋੜੇ, ਜਿਹੜੇ 500 ਕੁਝ ਬੰਦੇ ਉੱਥੇ ਬੈਠੇ ਹੋਏ ਨੇ ਰਾਜ ਸਭਾ 'ਚ, ਜਿੰਨੇ ਕੁ ਨੇ, ਜਿੰਨੇ ਸਟੇਟਾਂ ਦੇ ਮੁੱਖ ਮੰਤਰੀ, ਉਹਨਾਂ ਦੀ ਕੋਈ ਮੀਟਿੰਗ ਕਰਨ ਸਾਰਿਆਂ ਦੇ ਬੈਠ ਕੇ ਮੁੱਦੇ ਨੇ। ਬਿਲਕੁਲ। ਤੇ ਜਿਹੜੀ ਹੁਣ ਆਬਾਦੀ ਦੀ ਗੱਲ ਹੈ ਤੁਸੀਂ ਕੀਤੀ ਹੈ, ਆਬਾਦੀ ਦਾ ਤਾਂ ਸਿਰਫ ਮੁੱਦਾ ਇੰਨਾ ਕੁ ਹੈ ਕਿ ਯੂਪੀ ਦੇ ਵਿੱਚ ਇਲੈਕਸ਼ਨਾਂ ਨੇ ਤੇ ਯੋਗੀ ਆਦਿੱਤਿਆਨਾਥ ਨੂੰ ਜਿਹੜਾ ਉਹ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਬਹੁਤ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੀ ਹੈ ਭਾਜਪਾ। ਤੇ ਉੱਥੇ ਇੱਕ ਚੋਣਾਂ ਦੇ ਵਿੱਚ, ਪੰਚਾਇਤ ਚੋਣਾਂ 'ਚ ਪ੍ਰਮੁੱਖ ਜਿਹੜੇ ਨੇ ਚੁਣਨੇ ਨੇ, ਤੇ ਉਹਨਾਂ 'ਚ ਉਹ ਜਿਹੜੇ 300 ਬੰਦਿਆਂ ਤੋਂ ਵੱਧ ਦੇ ਨੋਮੀਨੇਸ਼ਨ ਉਦਾਂ ਹੀ ਰੱਦ ਕਰ ਦਿੱਤੇ ਜਾਂਦੇ ਨੇ ਵਿਰੋਧੀ ਪਾਰਟੀਆਂ ਦੇ। ਤੇ ਮੋਦੀ ਸਾਹਿਬ ਜਿਹੜੇ ਨੇ ਯੋਗੀ ਨਾਥ ਨੂੰ ਵਧਾਈਆਂ ਦੇ ਰਹੇ ਨੇ ਕਿ ਤੁਸੀਂ ਬੰਦੇ ਆਪਣੇ ਬਣਾ ਲਏ ਨੇ, ਬਹੁਤ ਵਧੀਆ ਕੀਤਾ। ਅਸਲ ਵਿੱਚ ਉਹ ਚੋਣਾਂ ਨੂੰ ਹੀ ਮੁੱਖ ਰੱਖ ਕੇ ਸਭ ਕੁਝ ਕੀਤਾ ਜਾਂਦਾ। ਮੁੱਦਿਆਂ ਦੀ ਗੱਲ ਲੋਕਾਂ ਤੇ ਸਿੱਟ ਦਿਓ, ਆਪੇ ਕੁਝ ਨਾ ਕੁਝ ਕਰਨਗੇ। ਮੇਰੇ ਨਾਲ ਫਲਾਣੇ ਨੇ ਗੱਲ ਕੀਤੀ ਸੀ, ਮੈਂ ਹੁਣ ਉਹਦਾ ਜਵਾਬ ਦੇ ਰਿਹਾ, ਮੇਰੇ ਨਾਲ ਫਲਾਣੇ ਨੇ ਕੀਤੀ ਸੀ, ਇਸ ਤੋਂ ਬਾਅਦ ਕੁਝ ਨਹੀਂ। ਰਾਜਨੀਤੀ ਦੀ ਭਾਸ਼ਾ 'ਚ ਇਹਨੂੰ ਆਈ ਵਾਸ਼ ਕਹਿੰਦੇ ਨੇ ਕਿ ਇੱਧਰ ਕੋਈ ਵੱਡੀ ਸਮੱਸਿਆ ਸੀ, ਉਤੋਂ ਧਿਆਨ ਭਟਕਾਉਣ ਲਈ ਉਧਰਲੇ ਪਾਸੇ ਦੋ ਹੋਰ ਗੱਲਾਂ ਸ਼ੁਰੂ ਕਰ ਦਿਓ, ਲੋਕਾਂ ਦਾ ਧਿਆਨ ਉਧਰ ਹੋ ਜਾਏਗਾ ਤੇ ਅਸੀਂ ਫਿਰ ਇਹਨਾਂ ਚੀਜ਼ਾਂ ਤੋਂ ਸਾਫ਼ ਬਾਹਰ ਨਿਕਲ ਜਾਵਾਂਗੇ ਤੇ ਇਲੈਕਸ਼ਨ ਦੀ ਤਿਆਰੀ ਕਰਾਂਗੇ। ਜੀ ਕੁਲਦੀਪ ਜੀ, ਰਾਜਨੀਤੀ ਨੂੰ ਪਰੇ ਰੱਖ ਕੇ ਹੁਣ ਇੱਕ ਸਮਾਜਿਕ ਮੁੱਦੇ ਦੀ ਗੱਲ ਕਰਦੇ ਆ, ਉਹਨਾਂ ਰਿਸ਼ਤਿਆਂ ਦੀ ਗੱਲ ਕਰਦੇ ਆ ਜੋ ਸੌਦੇਬਾਜ਼ੀ ਕਰਕੇ ਜੁੜਦੇ ਨੇ ਤੇ ਬਾਅਦ ਚ ਤਾਰ-ਤਾਰ ਹੋ ਜਾਂਦੇ ਨੇ। ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕੇਸਿਸ ਸਾਹਮਣੇ ਆਏ ਨੇ, ਕੁੜੀਆਂ ਪੈਸੇ ਲਵਾ ਕੇ ਆਇਲਸ ਕਰਕੇ ਬਾਹਰ ਚਲੀਆਂ ਗਈਆਂ, ਮੁੰਡਿਆਂ ਨੂੰ ਬੁਲਾ ਨਹੀਂ ਰਹੀਆਂ ਜਾਂ ਉਹ ਸੁਸਾਈਡ ਕਰ ਰਹੇ ਨੇ। ਤੁਹਾਡਾ ਕੀ ਵਿਚਾਰ ਹੈ ਇਸ ਬਾਰੇ? ਇੱਕ ਤੇ ਇਹ ਗੱਲ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਜਾਣਾ ਤੁਹਾਡਾ ਹੱਕ ਨਹੀਂ ਹੈ, ਪ੍ਰਿਵਿਲੇਜ ਹੈ ਜੀ। ਇੱਕ ਤੁਹਾਨੂੰ ਸਹੂਲਤ ਹੈ, ਚੁਆਇਸ ਹੈ। ਇਸ ਨੂੰ ਇਵੇਂ ਦੇਖਿਆ ਜਾਵੇ। ਹੁਣ ਮੈਂ ਪਿੱਛੇ ਲੈ ਕੇ ਜਾਵਾਂਗਾ ਆਪ ਜੀ ਨੂੰ। ਇਹ ਕਹਾਣੀ ਅੱਜ ਦੀ ਨਹੀਂ ਹੈ ਜੀ। ਕਈ ਸਾਲ ਪਹਿਲਾਂ ਬਾਹਰਲੇ ਮੀਡੀਆ ਦੇ ਉੱਪਰ ਇੱਕ ਡਾਕੂਮੈਂਟਰੀ ਚੱਲੀ ਸੀ, ਅਬੈਂਡਨਡ ਬ੍ਰਾਈਡਸ ਆਫ ਪੰਜਾਬ ਜੀ। ਪੰਜਾਬ ਦੀਆਂ ਛੱਡ ਦਿੱਤੀਆਂ ਗਈਆਂ ਲਾੜੀਆਂ। ਕਿੰਨੇ ਕੇਸ ਹੋਏ ਕਿ NRI ਆਉਂਦੇ ਸਨ, ਵਿਆਹ ਕਰਵਾ ਕੇ ਮੁੜ ਕੇ ਬੁਲਾਉਂਦੇ ਨਹੀਂ ਸੀ। ਇੱਕ ਵਿਆਹ ਉੱਥੇ, ਇੱਕ ਇੱਥੇ। ਹਜ਼ਾਰਾਂ ਕੇਸ ਹੋਏ। ਇੰਨੀ ਲੰਬੀ ਸੂਚੀ ਬਣ ਗਈ। ਇੰਨਾ ਮੀਡੀਆ ਉਦੋਂ ਜ਼ੋਰ ਨਹੀਂ ਸੀ, ਪਰ ਫਿਰ ਵੀ ਹਾਈਲਾਈਟ ਹੋਏ ਉਹ ਕੇਸ ਜੀ। ਫਿਰ ਰੌਲਾ ਪਿਆ। ਫਿਰ ਅਖੀਰ ਉਹ ਦਿਨ ਆ ਗਿਆ ਜਦੋਂ ਪੰਜਾਬ ਵਿੱਚ ਕੋਈ NRI ਵਿਆਹ ਕਰਵਾਉਣ ਆਉਂਦਾ ਸੀ ਜਾਂ ਆਉਂਦੀ ਸੀ ਤੇ ਉਹ ਪਹਿਲਾਂ ਅਖਬਾਰ ਵਿੱਚ ਦੇਣਾ ਪੈਂਦਾ ਸੀ ਕਿ ਮੈਂ ਫਲਾਣੇ ਦੇਸ਼ ਵਿੱਚੋਂ ਆਇਆ ਜਾਂ ਆਈ ਹੈ ਤੇ ਮੈਂ ਉੱਥੇ ਵਿਆਹ ਜਾਂ ਨਹੀਂ ਵਿਆਹੀ ਜਾਂ ਜੋ ਵੀ ਹੈ, ਮੈਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇ, ਜਾਂ ਮੈਨੂੰ ਕਿਸੇ ਤੇ ਇਤਰਾਜ਼ ਹੋਵੇ ਤਾਂ ਇੰਨੇ ਦਿਨਾਂ 'ਚ ਕੋਈ ਕਰ ਸਕਦਾ ਜੀ ਜੀ। ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਫਿਰ ਸਾਡੇ ਇਸ਼ਤਿਹਾਰ ਕਿਹੋ ਜਿਹੇ ਆਉਂਦੇ ਸਨ ਅਖਬਾਰਾਂ 'ਚ। ਅੱਜ ਤੋਂ ਤੁਸੀਂ 20 ਸਾਲ ਜਾਂ 22 ਸਾਲ ਪਿੱਛੇ ਲੈ ਜਾਓ ਆਪਣੇ ਆਪ ਨੂੰ, ਤੇ ਜਦੋਂ ਬਾਹਰਲੇ ਦੇਸ਼ਾਂ ਵਿੱਚ ਦਾਖਲਾ ਸੌਖਾ ਸੀ ਮੈਰਿਜ ਬੇਸ ਤੇ ਉਦੋਂ ਕੀ ਆਉਂਦਾ ਸੀ ਕਿ ਆਹ ਕੁਆਲੀਫਿਕੇਸ਼ਨ ਹੈ, ਜੇ ਪੱਕੀ ਕਰਨੀ ਤੇ ਪੱਕੀ ਕਰ ਲਓ, ਜੇ ਪੇਪਰ ਮੈਰਿਜ ਕਰਨੀ ਤੇ ਪੇਪਰ ਮੈਰਿਜ ਕਰ ਲਓ। ਬਿਲਕੁਲ ਬਾਹਰ ਜਾਣ ਦਾ ਰਸਤਾ। ਇੱਥੋਂ ਤੱਕ ਕਿ ਝੂਠੀਆਂ ਲਾਵਾਂ, ਝੂਠੇ ਆਨੰਦ ਕਾਰਜ, ਝੂਠੇ ਫੇਰੇ, ਝੂਠੇ ਸਰਟੀਫਿਕੇਟ, ਰਿਸ਼ਤੇ ਉਦੋਂ ਵੀ ਤਾੜ-ਤਾੜ ਹੋਏ ਸੀ, ਹੋਣੇ ਸੀ। ਜਿਸ ਦੀ ਬੁਨਿਆਦ ਝੂਠ ਤੇ ਹੋਵੇ ਉਹ ਸਿਰੇ ਨਹੀਂ ਚੜ ਸਕਦਾ।
ਚੜ ਵੀ ਜਾਏਗਾ, ਕੁਦਰਤੀ ਤੌਰ ਤੇ ਕੋਈ ਸੰਜੋਗ ਬਣ ਜਾਏ, ਕਿਸੇ ਦੀ ਅੰਡਰਸਟੈਂਡਿੰਗ ਹੋਵੇ ਤੇ ਕਹਿ ਨਹੀਂ ਸਕਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਏ ਜਿਹੜੀਆਂ ਅਸੀਂ ਪ੍ਰੋਗਰਾਮ 'ਚ ਕਰ ਵੀ ਨਹੀਂ ਸਕਦੇ। ਜੀ। ਹੁਣ ਤੁਸੀਂ ਅੱਜ ਦੇ ਸੰਦਰਭ 'ਚ ਦੇਖੋ, ਅੱਜ ਵੀ ਕੀ ਅਖਬਾਰਾਂ 'ਚ ਤੁਸੀਂ ਮੈਟਰੀਮੋਨੀਅਲ ਜਦੋਂ ਫੋਲਦੇ ਹੋ ਤੇ ਕਿਸ ਤਰ੍ਹਾਂ ਦਾ ਵਰਡਿੰਗ ਹੁੰਦੀ ਹੈ ਉੱਥੇ, ਆਹ ਕੁਆਲੀਫਿਕੇਸ਼ਨ ਹੈ, ਖਰਚਾ ਲੜਕੇ ਦਾ, ਸਾਨੂੰ ਲੜਕੀ ਚਾਹੀਦੀ ਹੈ। ਬਿਲਕੁਲ 2-3 ਪੱਖ ਨੇ। ਕੀ ਸਾਡੇ ਲੜਕੇ ਪੜ੍ਹਨ ਤੋਂ ਰਹਿ ਹੀ ਗਏ? ਬਿਲਕੁਲ। ਲੜਕੀਆਂ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਕੁੱਖ ਦੇ ਵਿੱਚ ਮਾਰ ਦਿੰਦੇ ਸਾਂ, ਕੁੜੀ ਮਾਰ ਸਾਨੂੰ ਆਖਿਆ ਜਾਣ ਲੱਗਾ ਪੰਜਾਬ ਦੇ ਲੋਕਾਂ ਨੂੰ। ਸਾਡੀ ਸੈਕਸ ਰੇਸ਼ੋ ਘਟ ਕੇ ਕਿਤੇ ਦੀ ਕਿਤੇ ਆ ਗਏ। ਪੜ੍ਹੇ ਲਿਖੇ ਜਿਨ੍ਹਾਂ ਵਿੱਚ ਕੁਝ ਬਿਹਤਰ ਸੀ, ਬਾਕੀਆਂ ਵੀ ਤੇ ਕਈਆਂ ਵਿੱਚ ਹਾਲ ਬਹੁਤ ਮਾੜਾ ਸੀ। ਹੌਲੀ ਹੌਲੀ ਇੰਪਰੂਵ ਹੋਏ, ਲੋਕਾਂ ਨੇ ਮੱਥੇ ਨੂੰ ਹੱਥ ਮਾਰਿਆ। ਜਿਹੜੇ ਹਸਪਤਾਲ 'ਚ ਜਾਓ ਉੱਥੇ ਲਿਖਿਆ ਇੱਥੇ ਟੈਸਟ ਕਰਨ ਦੀ ਮਨਾਹੀ ਹੈ, ਅਸੀਂ ਤੁਹਾਨੂੰ ਰਿਜ਼ਲਟ ਨਹੀਂ ਦੇ ਸਕਦੇ, ਇਹ ਕਾਨੂੰਨੀ ਜੁਰਮ ਹੈ। ਕਾਨੂੰਨੀ ਜੁਰਮ ਤਾਂ ਇੱਕ ਪਾਸੇ ਹੈ, ਪਰ ਇਖਲਾਕੀ ਜੁਰਮ ਵੱਲ ਅਸੀਂ ਧਿਆਨ ਦੇਣੋਂ ਹਟ ਗਏ। ਇਸੇ ਕਰਕੇ ਨਤੀਜੇ ਸਾਹਮਣੇ ਆ ਰਹੇ ਨੇ। ਅਸੀਂ ਇਸ ਸਮੇਂ ਨਾਲ ਦੌਰ ਹੀ ਬਦਲ ਗਿਆ, ਇੱਕ ਪੈਂਤੜਾ ਬਦਲ ਗਿਆ ਕਿ ਉਦੋਂ ਲੜਕੀਆਂ ਜ਼ਿਆਦਾ ਇਸ ਪਾਸੇ ਜਿਹੜੀਆਂ ਸੀ ਉਹ ਵਿਚਾਰੀਆਂ ਬਣ ਕੇ ਸਾਹਮਣੇ ਆਈਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਵਿਰੋਧ ਦਾ ਜਾਂ ਕਹਿ ਲਓ, ਜਾਂ ਉਹਨਾਂ ਨੂੰ ਇੱਕ ਕਿਸਮ ਦਾ ਛੱਡ ਦਿੱਤਾ ਗਿਆ ਆਪਣੇ ਹਾਲ ਤੇ ਸ਼ੋਸ਼ਣ ਕੀਤਾ ਗਿਆ। ਸ਼ੋਸ਼ਣ ਰੱਖਾਂਗਾ ਮੈਂ ਇਸ ਨੂੰ। ਹੁਣ ਉਹ ਕਰਕੇ ਉਦੋਂ ਉਹਨਾਂ ਦੀ ਵਾਰੀ ਸੀ ਤੇ ਹੁਣ ਲੜਕਿਆਂ ਦੀ ਵਾਰੀ ਹੈ। ਬੁਨਿਆਦ ਝੂਠ ਦੀ ਜਿੱਥੇ ਹੋਵੇਗੀ, ਕਾਗਜ਼ਾਂ ਤੱਕ ਸੀਮਿਤ ਹੋਵੇਗੀ, ਉੱਥੇ ਇਹੋ ਜਿਹੇ ਨਤੀਜੇ ਆਉਣਗੇ, ਉੱਥੇ ਇਹੋ ਜਿਹੇ ਕੇਸ ਸਾਹਮਣੇ ਆਉਣਗੇ। ਜੇ ਲੜਕੀਆਂ ਵਾਸਤੇ ਵੀ ਸਭ ਕਹਿ ਹੋ, ਜਾਂ ਲੜਕੀਆਂ ਵਾਸਤੇ ਵੀ ਜੇ ਭਾਈ ਕਿਸੇ ਨੇ ਜਾਣਾ ਤੇ ਉਹ ਆਪਣਾ ਆਪ ਪਹਿਲਾਂ ਪੱਕਾ ਇੰਤਜ਼ਾਮ ਕਰਨ, ਕਿਸੇ ਦੇ ਮੋਢਿਆਂ ਤੇ ਚੜ ਕੇ ਜਾਣ ਦੀ ਕੋਈ ਲੋੜ ਨਹੀਂ। ਜਾਂ ਇੰਨਾ ਪੱਕਾ ਤੁਹਾਡਾ ਜਿਹੜਾ ਰਿਸ਼ਤਾ ਹੈ ਹੋਵੇ, ਵਿਆਹ ਦਾ ਇੰਨਾ ਮਜ਼ਬੂਤ ਸਾਡਾ ਇਹ ਰਿਸ਼ਤਾ ਹੁੰਦਾ ਹੈ ਸਾਡੇ ਸਮਾਜ ਦੇ ਵਿੱਚ, ਖਾਸ ਤੌਰ ਤੇ ਬਾਹਰਲੇ ਦੇਸ਼ਾਂ ਵਾਂਗ ਨਹੀਂ ਹੈ। ਫਰਕ ਹੈ ਪੱਛਮੀ ਸੱਭਿਅਤਾ ਨਾਲੋਂ ਸਾਡਾ। ਅਸੀਂ ਉਸ ਬੁਨਿਆਦ ਨੂੰ ਮੂਹਰੇ ਰੱਖ ਕੇ ਚੱਲਾਂਗੇ ਤੇ ਫਿਰ ਸਮੱਸਿਆਵਾਂ ਨਹੀਂ ਆਉਣਗੀਆਂ। ਅੱਜ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਬਹੁਤ ਮਾੜੀ ਗੱਲ ਹੈ, ਪਰ ਨੌਜਵਾਨਾਂ ਨੂੰ ਮੈਂ ਆਪਣੇ ਤੌਰ ਤੇ ਸਿਰਫ ਇਹ ਕਹਿ ਸਕਦਾ ਕਿ ਜੇ ਕਿਸੇ ਨਾਲ ਵੀ ਇਹੋ ਜਿਹੀ ਹੋ ਜਾਂਦੀ ਹੈ ਤੇ ਆਤਮ ਹੱਤਿਆ ਵਾਲੀ ਨੌਬਤ ਨਹੀਂ ਆਉਣੀ ਚਾਹੀਦੀ। ਕੈਨੇਡਾ, ਆਸਟ੍ਰੇਲੀਆ, ਅਮਰੀਕਾ, USA ਕਿਤੇ ਵੀ ਹੈ, ਇੰਗਲੈਂਡ ਹੈ, ਇਹ ਉਹ ਆਖਰੀ ਹੱਲ ਨਹੀਂ ਹੈ ਜ਼ਿੰਦਗੀ ਦਾ। ਬਿਲਕੁਲ। ਫਿਰ ਤੁਸੀਂ ਪੰਜਾਬੀ ਕਾਹਦੇ ਹੋਏ? ਫਿਰ ਆਤਮ ਹੱਤਿਆ ਕਰਨ ਵਾਲੀ ਕਿਹੜੀ ਗੱਲ ਹੈ? ਨਿਰਾਸ਼ ਹੋ ਕੇ ਕਰ ਵੀ ਸਕਦੇ ਹੋ, ਪਰ ਜਿਨ੍ਹਾਂ ਨਾਲ ਹੋਈ ਹੈ, ਜਿਨ੍ਹਾਂ ਮਾਪਿਆਂ ਦੇ ਬੱਚੇ ਗਏ ਨੇ, ਉਹਨਾਂ ਨੂੰ ਪੁੱਛਿਆ ਜਾਣੀਏ। ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਦੇ ਨਤੀਜੇ ਉਮੀਦ ਨਹੀਂ ਸੀ, ਪਰ ਹੁਣ ਰੋਜ਼-ਰੋਜ਼ ਕੇਸ ਨਿਕਲ ਕੇ ਆ ਰਹੇ ਨੇ। ਉਹਨਾਂ 'ਚੋਂ ਕਿੰਨੇ ਸੱਚੇ ਨੇ, ਕਿੰਨੇ ਝੂਠੇ ਨੇ, ਜਿੰਨਾ ਮਰਜ਼ੀ ਫਰੋਲੀ ਜਾਓ। ਇੱਕ ਲਾਈਨ ਤੇ ਕੁੜੀ ਨੂੰ ਲੈ ਲਓ, ਦੂਸਰੇ ਤੇ ਲੜਕੇ ਨੂੰ ਲੈ ਲਓ, ਉਹ ਆਪਣੀ ਗੱਲ ਕਰਦੇ ਜਾਣਗੇ। ਕੀ ਨਿਕਲੇਗਾ ਉਸ ਵਿੱਚੋਂ? ਪਰ ਸਮਾਜਿਕ ਗਿਰਾਵਟ ਆਈ ਹੈ, ਇਖਲਾਕੀ ਗਿਰਾਵਟ ਆਈ ਹੈ, ਉਸੇ ਕਰਕੇ ਸਾਰਾ ਕੁਝ ਹੋ ਰਿਹਾ। ਸਾਨੂੰ ਆਪਣਾ ਪੱਧਰ ਉੱਚਾ ਚੁੱਕਣਾ ਪਏਗਾ, ਇਸ ਤੋਂ ਗਾ ਕੁਝ ਨਹੀਂ। ਇਸ ਮੁੱਦੇ ਤੇ ਹੋਰ ਵੀ ਗੱਲ ਕਰਨਾ ਚਾਹੁੰਦੇ ਸੀ, ਪਰ ਇਸ ਵੇਲੇ ਵੇਲਾ ਜਿਹੜਾ ਆ ਹੈ ਨਹੀਂ ਸਾਡੇ ਕੋਲ। ਪ੍ਰੋਗਰਾਮ ਦਾ ਜਿਹੜਾ ਟਾਈਮ ਹੈ ਖਤਮ ਹੋ ਗਿਆ। ਸ਼ਰਮਾ ਜੀ, ਕੁਲਦੀਪ ਜੀ, ਪ੍ਰੋਗਰਾਮ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।